ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਸੰਧਿਆ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ 'ਤੇ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਭਾਗਾਂ ਭਰਿਆ ਸਮਾਂ ਸਤਿਗੁਰਾਂ ਦੀ ਕਿਰਪਾ ਨਾਲ ਮਿਲਿਆ। ਆਓ ਇਹਨੂੰ ਸਫਲਾ ਬਣਾਈਏ। ਗੁਰ ਇਤਿਹਾਸ ਜੀ ਦੀ ਪਵਿੱਤਰ ਪਾਵਨ ਕਥਾ ਦੇ ਵਿੱਚੋਂ ਪਿਛਲੇ ਦਿਨੀ ਆਪ ਜੀ ਨੇ ਸਰਵਣ ਕੀਤਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਰਾਜੇ ਸ਼ਿਵਨਾਭ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਾਧੂਆਂ ਤੇ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਭਗਤ ਜੋਗ ਅਤੇ ਕਸ਼ਟ ਜੋਗ ਸਤਿਗੁਰਾਂ ਨੇ ਦੁਹਰਾਇਆ, ਜਿਸ ਨੂੰ ਸੁਣ ਕੇ ਰਾਜਾ ਸ਼ਿਵਨਾਭ ਨਦਰੋ ਨਦਰ ਨਿਹਾਲ ਹੋਇਆ। ਇਹਨਾਂ ਸਾਰੇ ਪ੍ਰਕਰਨਾਂ ਦਾ ਆਪ ਜੀ ਨੇ ਬੜੇ ਵਿਸਥਾਰ ਸਹਿਤ ਆਨੰਦ ਮਾਣਿਆ। ਆਓ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇੱਕ ਇੱਕ ਪ੍ਰਸੰਗ, ਇੱਕ ਇੱਕ ਘੜੀ ਸੁਰਤ ਕਰਕੇ ਗੁਰੂ ਨਾਨਕ ਸਾਹਿਬ ਜੀਆਂ ਦੇ ਨਾਲ ਬਤੀਤ ਕਰੀਏ। ਪਾਓ ਪ੍ਰੇਮ ਦੀ ਸਾਂਝ ਆਸੀਸ ਬਖਸ਼ੋ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਦ ਨਖ ਕ੍ਰਾਂਤ ਜੋ, ਚਿੰਤਾ ਮਨ ਹੈ ਸਮਾਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਕੌਤਕ ਪ੍ਰਸੰਗਾਂ ਦਾ ਬਿਆਨ ਕਰਦੇ ਹੋਏ ਮਹਾਕਵੀ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਚਰਨਾਂ ਦੀ ਮਹਿਮਾ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨਾਂ ਦੇ ਜਿਹੜੇ ਨੌ ਨੇ ਨਾ, ਉਹ ਕਹਿੰਦੇ ਚਿੰਤਾਮਣੀ ਦੇ ਸਮਾਨ ਨੇ। ਗੁਰਬਾਣੀ ਦੇ ਵਿੱਚ ਚਿੰਤਾਮਣੀ ਦਾ ਜ਼ਿਕਰ ਹੈ, ਕਾਮ ਧੇਨ ਚਿੰਤਾਮਣ। ਇਹ ਉਹ ਚਿੰਤਾਮਣੀ ਜੋ ਮੰਨੀ ਜਾਂਦੀ ਹੈ ਸਵਰਗਾਂ ਦੇ ਵਿੱਚ, ਜੋ ਤੁਹਾਡੇ ਅੰਦਰ ਦੀ ਚਿੱਤ ਦੀ ਚਿੰਤਨ ਨੂੰ ਪ੍ਰਗਟ ਕਰਕੇ ਵਸਤੂਆਂ ਪ੍ਰਗਟ ਕਰ ਦਿੰਦੀ ਹੈ। ਜਿਹਨੂੰ ਹੱਥ ਵਿੱਚ ਲੈ ਕੇ ਜੋ ਚਾਹੀਏ ਸੋ ਪ੍ਰਾਪਤ ਹੋ ਜਾਂਦਾ ਹੈ। ਕਹਿੰਦੇ ਐਸੇ ਸਤਿਗੁਰਾਂ ਦੇ ਚਰਨ ਤੇ ਚਰਨਾਂ ਦੇ ਨੌ ਵੀ ਪਵਿੱਤਰ ਨੇ, ਸਿੱਪੀਆਂ ਵਰਗੇ। ਗੁਰੂ ਘਰ ਦੇ ਸੇਵਕ ਤੇ ਸੇਵਕਾਂ ਦੇ ਕੁੱਤਿਆਂ ਦੇ ਵਿੱਚ ਵੀ ਕਰਾਮਾਤਾਂ ਨੇ। ਮਹਾਕਵੀ ਆਖਦੇ ਆ ਸਤਿਗੁਰਾਂ ਦੇ ਚਰਨਾਂ ਦੀ ਮਹਿਮਾ ਮੈਂ ਕੀ ਗਾ ਕੇ ਸੁਣਾਵਾਂ। ਚਿਤਵੇ ਮੰਗਲ ਸਰਵਦਾ, ਬਿਗਨ ਦੋਖ ਗਨਹਾਨ। ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ, ਚੇਤੇ ਵਿੱਚ ਰੱਖਿਆ, ਅੰਦਰ ਦੇ ਬਿਗਨ ਦੁੱਖ ਤਿੰਨੇ ਤਾਪ ਉਹਨਾਂ ਦੇ ਕੱਟੇ ਗਏ। ਐਸੇ ਚਰਨ ਨੇ ਮੇਰੇ ਸਤਿਗੁਰਾਂ ਦੇ। ਸਿੱਖ ਸਦਾ ਹੀ ਧਿਆਨ ਗੁਰੂ ਦੇ ਚਰਨਾਂ ਦਾ ਤੱਕਦਾ ਹੈ, ਚਰਨਾਂ ਦਾ ਹੀ ਆਸਰ ਹੈ। ਕਵੀ ਜੀ ਆਖਦੇ ਆ ਸਤਿਗੁਰੂ ਕਿਰਪਾ ਕਰਿਓ, ਆਪਣੇ ਚਰਨਾਂ ਦੀ ਧੂੜ ਬਖਸ਼ਦੇ ਹੋਏ ਮੈਨੂੰ ਇਹ ਦਾਤ ਬਖਸ਼ਿਓ, ਮੈਂ ਆਪ ਜੀ ਦੇ ਗੁਣਾਂ ਨੂੰ
ਪ੍ਰੇਮ ਵਿੱਚ ਭਿੱਜ ਕੇ ਗਾਈ ਜਾਵਾਂ। ਸ਼੍ਰੀ ਬਲ ਸੁੰਦਰ ਵਾਚ ਚੋਪਈ, ਸੁਨ ਕਰ ਸ੍ਰੀ ਗੁਰ ਕੋ ਉਪਦੇਸ਼ਾ, ਹਾਥ ਬੰਦ ਦੇਵ ਕਹਿਤ ਨਰੇਸ਼ਾ। ਭਾਈ ਬਾਲਾ ਜੀ ਸਤਿਗੁਰਾਂ ਦੀ ਇਹ ਪਾਵਨ ਕਥਾ ਗੁਰੂ ਅੰਗਦ ਦੇਵ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਸੁਣਾ ਰਹੇ ਨੇ। ਕਹਿੰਦੇ ਪਾਤਸ਼ਾਹ ਜੀ ਅੱਗੇ ਸੁਣੋ। ਜਿਸ ਵੇਲੇ ਦੀਨ ਦੁਨੀਆ ਦੇ ਮਾਲਕ ਸਾਹਿਬਾਂ ਨੇ ਧਰਮਸ਼ਾਲਾ ਵਿੱਚ ਬੈਠ ਕੇ ਰਾਜਾ, ਉਹਦੀ ਰਾਣੀ ਜਿਹਦਾ ਨਾਮ ਹੈ ਚੰਦ ਕਲਾ, ਬਾਕੀ ਜਿੰਨੀਆਂ ਰਾਣੀਆਂ ਨੇ, ਪਟਰਾਣੀਆਂ ਨੇ, ਜਾਂ ਜਿੰਨੇ ਰਾਜੇ ਦੇ ਆਫੀਸਰ ਨੇ, ਮੰਤਰੀ ਵਜ਼ੀਰ ਹਨ, ਕਹਿੰਦੇ ਸਭ ਨੇ ਜਦੋਂ ਉਪਦੇਸ਼ ਸੁਣਿਆ ਨਾ ਨਿਹਾਲ ਹੋ ਗਏ। ਰਾਜਾ ਹੱਥ ਜੋੜ ਕੇ ਆਖਣ ਲੱਗਿਆ, ਸੱਚੇ ਪਾਤਸ਼ਾਹ ਮੈਂ 7 ਤੇ ਕੀ ਹਜ਼ਾਰਾਂ ਜਨਮ ਧਾਰਨ ਕਰਕੇ ਵੀ ਤੁਹਾਡਾ ਦੇਣ ਨਹੀਂ ਦੇ ਸਕਦਾ। ਲੱਖਾਂ ਜਨਮ ਲੈ ਕੇ ਵੀ ਤੁਹਾਡੇ ਬਖਸ਼ੇ ਹੋਏ ਉਪਦੇਸ਼ ਦਾ ਕਰਜ਼ਾ ਮੇਰੇ ਸਿਰੋਂ ਲੱਥਣਾ ਨਹੀਂ। ਮਨ ਨਿਰਮਲ ਕੇ ਮਾਰਗ ਦੋ, ਕਰੁਣਾ ਕਰ ਬਖਸ਼ੋ ਦੁਖ ਖੋ। ਇਹ ਦੁੱਖਾਂ ਨੂੰ ਕੱਟਣਹਾਰ ਸਵਾਮੀ ਜੀ ਆਪ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹ ਮਨ ਨੂੰ ਨਿਰਮਲ ਬਣਾਉਣ ਵਾਸਤੇ ਹੈ। ਕਿਉਂਕਿ ਜਿਹਦਾ ਮਨ ਨਿਰਮਲ ਹੈ ਨਾ ਉਹਦਾ ਤਨ ਆਪ ਹੀ ਉਜਲਾ ਹੋ ਜਾਣਾ ਹੈ। ਤਨ ਦੀਆਂ ਸਫਾਈਆਂ ਤੇ ਦੁਨੀਆ ਨੇ ਜ਼ੋਰ ਲਾਇਆ ਹੈ, ਮਨ ਤੇ ਸਾਰਿਆਂ ਦਾ ਹੀ ਮੈਲ ਹੈ। ਸਾਹਿਬਾਂ ਨੇ ਬਾਣੀ ਵਿੱਚ ਸਪਸ਼ਟ ਕੀਤਾ ਹੈ, ਮਨ ਮੈਲਾ ਹੈ ਤਾਂ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਵਈ। ਕਹਿੰਦੇ ਜੇ ਮਨ ਦੇ ਵਿੱਚ ਗੋਡੇ ਗੋਡੇ ਮੈਲ ਭਰੀ ਹੈ ਤੇ ਮਨ ਅੰਦਰੋਂ ਪਾਪੀ ਹੈ, ਤਨ ਧੋਤਿਆਂ ਕੀ ਹੋ ਜਾਣਾ? ਕਹਿੰਦੇ ਕਦੇ ਸਾਫ਼ ਹੀ ਨਹੀਂ ਹੋਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਰਾਜਾ ਕਹਿੰਦਾ, ਮਹਾਰਾਜ ਆਪ ਜੀ ਦਾ ਉਪਦੇਸ਼ ਸੁਣ ਕੇ ਮੇਰਾ ਮਨ ਸ਼ੀਸ਼ੇ ਵਰਗਾ ਸਾਫ਼ ਹੋ ਗਿਆ, ਚਮਕਦਾ ਹੈ। ਇਸ ਮਨ ਦੇ ਵਿੱਚੋਂ ਜਨਮਾਂ ਜਨਮਾਂ ਦੀ ਮੈਲ ਕੱਟੀ ਗਈ ਹੈ। ਕਰਿਓ ਸਦੀਵ ਕਰਿਓ ਸਰਬ ਮਮ ਦੇਸ਼ ਨਿਹਾਲਾ, ਤੁਮ ਸਮਾਨ ਨਹਿ ਆਨ ਕਿਰਪਾਲਾ। ਰਾਜਾ ਸ਼ਿਵਨਾਭ ਹੱਥ ਜੋੜ ਕੇ ਚਰਨਾਂ ਤੇ ਸੀਸ ਰੱਖ ਕੇ ਕਹਿੰਦਾ, ਮਹਾਰਾਜ ਜਿਵੇਂ ਆਪ ਜੀ ਨੇ ਦਾਸ ਨੂੰ ਨਿਹਾਲ ਕੀਤਾ, ਮੈਨੂੰ ਤਾਰਿਆ ਨਾ, ਮੇਰੀ ਇੱਕੋ ਬੇਨਤੀ, ਮੇਰਾ ਦੇਸ਼ ਵੀ ਤਾਰ ਦਿਓ, ਮੇਰੀ ਇਸ ਪਰਜਾ ਨੂੰ ਵੀ ਚਰਨਾਂ ਦੀ ਧੂੜ ਦੇ ਦਿਓ। ਕਰਿਓ ਸਦੀਵ ਬਾਸ ਮੁਝ ਸਦਨਾ, ਹਰਖੋ ਹੀਰ ਕਮਲ ਸਮ ਬਦਨਾ। ਹੁਣ ਸਤਿਗੁਰ ਸੱਚੇ ਪਾਤਸ਼ਾਹ ਪੁੱਛਦੇ, ਕਹਿੰਦੇ ਰਾਜਨ ਮੰਗ ਤੇਰੇ ਮਨ ਦੀ ਇੱਛਾ ਕੀ ਹੈ? ਰਾਜੇ ਨੇ ਕਿਹਾ ਸੀ ਨਾ ਬਾਗ ਵਿੱਚ, ਕਹਿੰਦਾ ਸਤਿਗੁਰੂ ਜੀ ਪਹਿਲਾਂ ਮੇਰੀਆਂ ਸੁਣ ਲਓ, ਜਦੋਂ ਮੈਨੂੰ ਆਪ ਜੀ ਦੇ ਬਚਨਾਂ ਤੇ ਪੂਰਨ ਇਤਵਾਰ ਹੋ ਗਿਆ ਤੇ ਮੈਂ ਆਪਣੇ ਮਨ ਦੀ ਕਾਮਨਾ ਵੀ ਦੱਸ ਦਿਆਂਗਾ। ਕਹਿੰਦਾ ਸਤਿਗੁਰੂ ਮੇਰੇ ਮਨ ਦੀ ਕਾਮਨਾ ਤੁਸੀਂ ਸਦਾ ਮੇਰੇ ਦੇਸ਼ ਵਿੱਚ ਰਹੋ, ਕਦੇ ਐਸਾ ਨਾ ਹੋਵੇ ਤੁਸੀਂ ਇੱਕ ਪਲ ਵੀ ਮੈਥੋਂ ਦੂਰ ਜਾਵੋ। ਜਿਸ ਪ੍ਰਕਾਰ ਤੁਮ ਕਿਤਨੇ ਕੋਸਾ, ਚੱਲ ਆਏ ਨਿਜ ਦੀਨ ਭਰੋਸਾ। ਜਿਵੇਂ ਆਪ ਜੀ ਲੱਖਾਂ ਕੋਹ ਤੋਂ ਹਜ਼ਾਰਾਂ ਮੀਲਾਂ ਤੋਂ ਚੱਲ ਕੇ ਭਾਰਤ ਦੇ ਖੰਡ ਤੋਂ ਆਏ ਹੋ, ਸਤਿਗੁਰੂ ਜੀ ਮੈਂ ਚਾਹੁੰਦਾ ਆਏ ਜ਼ਰੂਰ ਹੋ ਪਰ ਜਾਇਓ ਨਾ। ਪ੍ਰੇਮ ਇਹ ਕਹਿੰਦਾ ਹੈ ਤੁਹਾਡਾ ਦਿਲ ਵਿੱਚ ਆਉਣ ਦਾ ਰਸਤਾ ਹੈ ਪਰ ਜਾਣ ਵਾਸਤੇ ਕਦੇ ਕਿਹਾ ਹੀ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖ ਰਹੇ ਆ ਰਾਜਾ ਸ਼ਿਵਨਾਭ, ਇਹ ਅੰਦਰੋਂ ਕਹਿੰਦਾ ਹੈ, ਉਹ ਰਾਜਾ ਜਿਹਨੇ ਸੈਂਕੜੇ ਲੋਕਾਂ ਨੂੰ ਪਰਖਿਆ, ਪਤਾ ਨਹੀਂ ਕਿੰਨੇ ਕੁ ਨਾਨਕ ਬਣ ਕੇ ਆਉਂਦੇ ਰਹੇ, ਕਿੰਨੇ ਪਾਪ ਦੀ ਅੱਗ ਵਿੱਚ ਪਚਦੇ ਰਹੇ, ਸੜਦੇ ਰਹੇ, ਭ੍ਰਮਤ ਹੁੰਦੇ ਰਹੇ, ਪਰ ਗੁਰੂ ਬਾਬਾ ਜੀ ਦੇ ਸਨਮੁਖ ਹੱਥ ਜੋੜ ਕੇ ਬੈਠਾ ਫੁੱਲਾਂ ਦੀ ਸੇਜ ਉੱਤੇ, ਕਿਉਂਕਿ ਧਰਮਸ਼ਾਲਾ ਦੇ ਪਲੰਘੇ ਤੇ ਮੇਰੇ ਸਾਹਿਬ ਬੈਠੇ ਆ। ਹਜ਼ਾਰਾਂ ਲੋਕ ਸਤਿਗੁਰਾਂ ਦੇ ਚਰਨਾਂ ਵਿੱਚ ਨੇ। ਨਜ਼ਾਰਾ ਇਦਾਂ ਦਾ ਜਿਵੇਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਫੁੱਲਾਂ ਨਾਲ ਲੱਦਿਆ ਨਾ, ਬੇਅੰਤ ਸੰਗਤਾਂ ਦੀਦਾਰ ਕਰਦੀਆਂ ਨੇ। ਉਸ ਵੇਲੇ ਰਾਜੇ ਸ਼ਿਵਨਾਭ ਨੇ ਧਰਮਸ਼ਾਲਾ ਫੁੱਲਾਂ ਨਾਲ ਇਦਾਂ ਲੱਦੀ ਹੋਈ ਸੀ। ਦੀਨ ਦੁਨੀਆ ਦੇ ਮਾਲਕ ਸਤਿਗੁਰ ਜੀ ਬੈਠੇ ਨੇ, ਇੱਕ ਪਾਸੇ ਭਾਈ ਬਾਲਾ, ਦੂਜੇ ਪਾਸੇ ਭਾਈ ਮਰਦਾਨਾ। ਗੁਰੂ ਬਾਬਾ ਜੀ ਕਹਿੰਦੇ ਰਾਜਨ ਜਿਵੇਂ ਤੇਰੀ ਇੱਛਾ ਹੈ ਭਾਈ, ਅਸੀਂ ਉਸੇ ਦੇ ਅਨੁਸਾਰ ਹਾਂ। ਕਿਸੀ ਪ੍ਰਕਾਰ ਰਹਿਣ ਅਬ ਕੀਜੈ,
ਸਰਬ ਦੇਸ਼ ਉਪਦੇਸ਼ੈ ਦੀਜੈ। ਸਤਿਗੁਰੂ ਜੀ ਸਾਰੇ ਦੇਸ਼ ਮੇਰੇ ਨੂੰ ਆਪਣਾ ਉਪਦੇਸ਼ ਬਖਸ਼ੋ ਤਾਂ ਜੋ ਲੋਕ ਇਹ ਕਰਮ ਕਾਂਡਾਂ ਚੋਂ ਨਿਕਲ ਜਾਣ। ਕਿਉਂਕਿ ਰਾਜਾ ਅੱਜ ਗਿਆਨੀ ਬਣ ਗਿਆ ਹੈ। ਗਿਆਨੀ ਉਹ ਸੁਰਤ ਦੇ ਤਲ ਤੇ ਬਣਿਆ ਹੈ, ਕੱਪੜਿਆਂ ਵਾਲਾ ਗਿਆਨੀ ਨਹੀਂ ਹੈ। ਅੱਜ ਦੁਨਿਆਵੀ ਤੌਰ ਤੇ ਧਰਮਾਂ 'ਚ ਗਿਆਨੀ ਲੋਕ ਬਹੁਤ ਨੇ, ਕੋਈ ਕਿਤਾਬਾਂ ਪੜ੍ਹ ਕੇ ਗਿਆਨੀ ਆ, ਕੋਈ ਲਿਬਾਸ ਪਾ ਕੇ ਗਿਆਨੀ। ਪਰ ਗਿਆਨੀ ਉਹ ਆ ਜਿਹੜਾ ਗਿਆਨ ਦੀ ਗੱਲ ਕਰੇ, ਜਿਹਦੇ ਜੀਵਨ ਵਿੱਚ ਗਿਆਨ ਹੋਵੇ। ਰਾਜਾ ਕਹਿੰਦਾ ਸਾਹਿਬ ਜੀ ਮੇਰੀ ਇਸ ਪਰਜਾ ਨੂੰ ਗਿਆਨ ਬਖਸ਼ ਦਿਓ। ਗੁਰੂ ਸਾਹਿਬ ਹੱਸ ਕੇ ਕਹਿੰਦੇ ਰਾਜਨ ਇੰਨਾ ਸਮਾਂ ਸਾਡੇ ਕੋਲ ਕਿੱਥੇ ਹੈ, ਅਸੀਂ ਪਰਜਾ ਦੇ ਵਿੱਚ ਵਿਚਰਾਂਗੇ, ਤੇਰੇ ਦੇਸ਼ ਦੇ ਵਿੱਚ ਵਿਚਰਾਂਗੇ, ਬੜਾ ਲੰਮਾ ਸਮਾਂ ਬਤੀਤ ਹੋ ਜਾਏਗਾ, ਕਿਉਂਕਿ ਸ਼੍ਰੀਲੰਕਾ ਇੱਕ ਦੇਸ਼ ਹੈ। ਗੁਰੂ ਸਾਹਿਬ ਕਹਿੰਦੇ ਰਾਜਨ ਅਸੀਂ ਤੈਨੂੰ ਆਪਣਾ ਰੂਪ ਬਣਾਇਆ ਹੈ, ਤੇਰੇ ਮੇਰੇ ਵਿੱਚ ਫਰਕ ਕੋਈ ਨਹੀਂ। ਪ੍ਰੇਮ ਬਿਨੈ ਸਨ ਬਾਣੀ ਸੁਣ ਕੇ ਪੱਗ ਪਹੋਲ ਦੀਨੀ ਸਿੱਖ ਗੁਣ ਕੇ। ਫਿਰ ਗੁਰੂ ਸਾਹਿਬ ਨੇ ਰਾਜੇ ਦੀ ਪਰਖ ਤੋਂ ਬਾਅਦ ਹੁਕਮ ਕੀਤਾ ਭਾਈ ਜਲ ਲੈ ਕੇ ਆਓ। ਅੱਜ ਜਲ ਮੰਗਾਇਆ ਗਿਆ, ਇੱਕ ਪ੍ਰਾਤ ਵਿੱਚ ਜਲ ਰੱਖਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਵਿੱਚ ਚਰਨ ਰੱਖੇ ਆ। ਰਾਜੇ ਨੇ ਸਤਿਗੁਰਾਂ ਦੇ ਚਰਨਾਂ ਨੂੰ ਧੋਤਾ ਹੈ, ਧੋ ਕੇ ਚਰਨਾਮ੍ਰਿਤ ਲਿਆ, ਚਰਨਾਂ ਦਾ ਅੰਮ੍ਰਿਤ ਲਿਆ, ਅੱਜ ਪਾਹੁਲ ਲਈ ਹੈ। ਵੇਖੋ ਸਿੱਖੀ ਧਾਰਨ ਕਰਨ ਵਾਸਤੇ ਕਿੱਡੀ ਵੱਡੀ ਪਰਖ ਹੋਈ ਹੈ। ਕਿੰਨਿਆਂ ਸਾਲਾਂ ਤੋਂ ਰਾਜਾ ਸਤਿਗੁਰਾਂ ਦੀ ਉਡੀਕ ਵਿੱਚ ਬੈਠਾ। ਭਾਈ ਮਨਸੁਖ ਸ਼ਾਹੂਕਾਰ ਨੇ ਦੱਸਿਆ ਸੀ ਨਾ ਗੁਰੂ ਬਾਬਾ ਜੀ ਆਉਣਗੇ, ਕਸਵੱਟੀਆਂ ਤੇਰੇ ਤੇ ਵੀ ਲਾਉਣਗੇ ਤੇ ਤੂੰ ਵੀ ਲਾਏਗਾ। ਅੱਜ ਜਦੋਂ ਰਾਜੇ ਨੂੰ ਸਿੱਖੀ ਦੀ ਦਾਤ ਮਿਲ ਗਈ ਨਾ, ਚਰਨਾਂ ਦਾ ਅੰਮ੍ਰਿਤ ਆਪ ਛਕਿਆ, ਆਪਣੀਆਂ ਰਾਣੀਆਂ ਤੇ ਵਜ਼ੀਰਾਂ ਨੂੰ ਦਿੱਤਾ। ਅੱਜ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਹੋ ਗਏ, ਕਿਉਂਕਿ ਚਰਨਾਮ੍ਰਿਤ ਤੋਂ ਪਹਿਲਾਂ ਉਹ ਇੱਕ ਦੁਨਿਆਵੀ ਸਿੱਖ ਸਨ। ਜਦੋਂ ਸਤਿਗੁਰਾਂ ਦੇ ਚਰਨ ਧੂੜ, ਚਰਨਾਂ ਦਾ ਅੰਮ੍ਰਿਤ ਲਿਆ, ਪਾਨ ਕੀਤਾ, ਕਹਿੰਦੇ ਰਾਜੇ ਨੂੰ ਆਪਣੇ ਆਪ ਦੀ ਸੋਝੀ ਹੋ ਗਈ, ਮੈਂ ਕੌਣ ਆ, ਇਸ ਧਰਤੀ ਤੇ ਕਿਉਂ ਆਇਆ, ਤੇ ਮੇਰੇ ਗੁਰੂ ਪਾਤਸ਼ਾਹ ਜੀ ਕੌਣ ਹਨ। ਅੰਮ੍ਰਿਤ ਦੀ ਦਾਤ ਲੈ ਕੇ ਚਰਨਾਂ ਤੇ ਨਮਸਕਾਰ ਕਰਦਾ ਏ। ਧਰਮਸਾਲ ਮੇ ਕੀਨ ਬਸੀਰਾ ਸਰਬ ਦੇਸ਼ ਹੋਵਤ ਭਾਚੀਰਾ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਇਸੇ ਧਰਮਸ਼ਾਲਾ ਦੇ ਵਿੱਚ ਰਾਤਾਂ ਕੱਟੀਆਂ, ਮਹਿਲਾਂ 'ਚ ਨਹੀਂ ਗਏ। ਬੜੀਆਂ ਬੇਨਤੀਆਂ ਰਾਜੇ ਨੇ ਕੀਤੀਆਂ ਸੀ, ਮਹਾਰਾਜ ਮਹਿਲਾਂ ਵਿੱਚ ਆ ਜਾਓ, ਮਹਿਲ ਤੁਹਾਡੇ ਨੇ ਜੀ, ਰਾਜ ਭਾਗ ਤੁਹਾਡਾ ਏ। ਗੁਰੂ ਬਾਬਾ ਜੀ ਕਹਿੰਦੇ ਨਹੀਂ, ਇਹ ਚਾਦਰਾਂ ਤੇ ਠੀਕ ਹੈ, ਦਰੀਆਂ ਹੀ ਸੋਹਣੀਆਂ ਲੱਗਦੀਆਂ ਨੇ। ਕੁਛ ਦਿਨ ਉਸ ਧਰਮਸ਼ਾਲਾ ਵਿੱਚ ਰਹਿ ਕੇ ਸਤਿਗੁਰਾਂ ਨੇ ਬਤੀਤ ਕੀਤੇ। ਇਲਾਕੇ ਦੀ ਸੰਗਤ, ਰਾਜੇ ਦੀ ਪਰਜਾ, ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ, ਜਿਹਦਾ ਵੀ ਪਿਆਰ ਹੈ ਭੱਜਿਆ ਆਉਂਦਾ ਹੈ। ਕਹਿੰਦੇ ਚਰਨਾਮ੍ਰਿਤ ਰੋਜ਼ ਲੋਕ ਲੈਂਦੇ ਰਹੇ, ਪਰ ਐਡੀ ਵੱਡੀ ਰਾਜ ਸਭਾ ਨੂੰ ਇੰਨੇ ਲੋਕਾਂ ਨੂੰ ਕਿਵੇਂ ਭੁਗਤਾਇਆ ਜਾਏ, ਔਖਾ ਕੰਮ ਸੀ। ਕਹਿੰਦੇ ਹਜ਼ਾਰਾਂ ਲੋਕ ਚਰਨਾਮ੍ਰਿਤ ਲੈ ਕੇ ਸਿੱਖ ਤੇ ਬਣ ਗਏ, ਪਰ ਰਾਜਾ ਚਾਹੁੰਦਾ ਮੇਰਾ ਸਾਰਾ ਦੇਸ਼ ਸਿੱਖ ਹੋਵੇ। ਹੁਣ ਕੱਲੇ ਕੱਲੇ ਨੂੰ ਮਿਲਣਾ ਇੰਨਾ ਸਮਾਂ ਕਿੱਥੇ ਐ। ਭੂਪਤ ਜੋਗ ਦੀਨ ਕੀ ਕਾਜਾ ਪ੍ਰਾਣ ਸੰਗਲੀ ਗ੍ਰੰਥ ਸੋ ਸਾਜਾ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਕੁਝ ਦਿਨਾਂ ਵਿੱਚ ਰਹਿ ਕੇ ਰਾਜੇ ਨੂੰ ਜਿਹੜਾ ਗਿਆਨ ਦਾ ਉਪਦੇਸ਼ ਪੜ੍ਹਾਇਆ ਸੀ, ਤੇ ਉਹ ਇੱਕ ਲਿਖਿਆ ਗਿਆ ਸੀ, ਕਲਮਬੰਦ ਕੀਤਾ ਸੀ ਰਾਜੇ ਦੇ ਵਿਦਵਾਨਾਂ ਨੇ। ਉਸ ਬੁੱਕ, ਉਸ ਕਿਤਾਬ ਦਾ ਨਾਮ ਸੀ ਪ੍ਰਾਣ ਸੰਗਲੀ। ਅੱਜ ਇਹ ਗ੍ਰੰਥ ਲੁਪਤ ਹੈ। ਪ੍ਰਾਣ ਸੰਗਲੀ ਨਾਮ ਦੇ ਗ੍ਰੰਥ ਬਹੁਤ ਛਪੇ ਹੋਏ ਆ। ਯੋਗ ਮਤ ਦਾ ਅਭਿਆਸ ਹੈ, ਧਰਮ ਦੀਆਂ ਘੁੰਡੀਆਂ ਉਹਦੇ ਵਿੱਚ ਲਿਖੀਆਂ ਨੇ। ਪਰ ਗੁਰੂ ਬਾਬਾ ਜੀ ਨੇ ਜਿਹੜਾ ਉਪਦੇਸ਼ ਬਖਸ਼ਿਸ਼ ਕੀਤਾ ਸੀ ਪ੍ਰਾਣ ਸੰਗਲੀ ਦੇ ਰੂਪ ਦੇ ਵਿੱਚ, ਉਹ ਸ਼੍ਰੀਲੰਕਾ 'ਚ ਹੀ ਰਹਿ ਗਿਆ ਸੀ। ਅੱਜ ਬੜੇ ਲੋਕ ਇਹਨੂੰ ਲਈ ਫਿਰਦੇ। ਚਲੋ ਸਾਡੇ ਸਿੱਖਾਂ ਨੂੰ ਕੀ ਪਤਾ ਲੱਗਣਾ, ਸਾਨੂੰ ਤੇ ਨਹੀਂ ਪਤਾ ਵੀ ਧੁਰਕੀ ਬਾਣੀ ਦੇ ਅੰਗ ਕਿੰਨੇ ਆ, ਕਿਹੜੇ ਸਤਿਗੁਰਾਂ ਦੀ ਕਿਹੜੀ ਬਾਣੀ ਆ। ਹੁਕਮਨਾਮਾ ਆਇਆ ਹੁੰਦਾ, ਸ਼ਲੋਕ ਮਹੱਲਾ ਚੌਥਾ, ਪੁੱਛਦੇ ਫਿਰਦੇ ਜੀ ਕਹਿੰਦੇ ਚੌਥਾ ਕਿਹੜੇ ਪਾਤਸ਼ਾਹ ਹੁੰਦੇ ਆ, ਕਿਹਨਾਂ ਦਾ ਸ਼ਬਦ ਹੈ। ਸ਼ਲੋਕ ਮਹੱਲਾ ਪੰਜਵਾ ਤਾਂ ਨਹੀਂ ਪਤਾ ਵੀ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ। ਹੁਣ ਪ੍ਰਾਣ ਸੰਗਲੀ ਗੁਰੂ ਸਾਹਿਬ ਨੇ ਜੋ ਉਸ ਵੇਲੇ ਉਪਦੇਸ਼ ਦਿੱਤਾ ਸੀ ਨਾ, ਬਹੁਤ ਗਹਿਰਾ ਸੀ। ਜਿਸ ਉਪਦੇਸ਼ ਨੂੰ ਪੜ੍ਹ ਕੇ ਸਿੱਧਾਂ ਨੇ, ਯੋਗੀਆਂ ਨੇ, ਪੀਰਾਂ ਫਕੀਰਾਂ ਨੇ ਬੜਾ ਲਾਭ ਪ੍ਰਾਪਤ ਕੀਤਾ ਏ। 113 ਧਿਆਏ ਬਖਾਨੇ ਜਿਹੇ ਪੜ ਜੋਗ ਕਲਾ ਸਭ ਜਾਣੇ। ਸਤਿਗੁਰਾਂ ਨੇ 113 ਅਧਿਆਏ ਉਹਦੇ ਵਿੱਚ ਲਿਖਵਾਏ, ਐਪੀਸੋਡ ਕਹਿ ਲਓ 113।
ਹੁਣ ਇੱਕ ਅੰਗ ਦੇ ਵਿੱਚ ਕੀ ਕੀ ਕੁਛ ਆਪ ਜੀ ਨੇ ਜਿੰਨਾ ਕੁਝ ਪਿੱਛੇ ਸੁਣਿਆ ਹੈ, ਭਗਤ ਯੋਗ, ਕਸ਼ਟ ਯੋਗ, ਇਹ ਤੇ ਸਿਰਫ ਯੋਗ ਦਾ ਇੱਕ ਹਿੱਸਾ ਸੀ ਤੇ ਗੁਰੂ ਬਾਬਾ ਜੀ ਨੇ 113 ਲਿਖਾਏ। ਜਦੋਂ ਰਾਜੇ ਨੇ ਪੜ੍ਹਿਆ ਨਾ, ਉਹਦੀ ਪਰਜਾ ਹੈਰਾਨ, ਸਾਰੇ ਹੈਰਾਨ ਵੀ ਧਾਰਮਿਕ ਸ਼ਾਸਤਰ ਗ੍ਰੰਥਾਂ ਦੇ ਵਿੱਚ ਐਡਾ ਵਿਸਥਾਰ ਵੀ ਨਹੀਂ, ਕਿਉਂ ਪੜ੍ਹਾਏ ਗੁਰੂ ਸਾਹਿਬ ਨੇ? ਮਹਾਰਾਜ ਨੇ ਤਾਂ ਪੜ੍ਹਾਇਆ ਸੀ ਵੀ ਇਹਨਾਂ ਗ੍ਰੰਥਾਂ ਵਿੱਚ ਬਹੁਤ ਕੁਝ ਲਿਖਿਆ ਪਰ ਹਿਰਦੇ ਬਾਰੇ ਕੁਝ ਵੀ ਨਹੀਂ ਲਿਖਿਆ। ਧਾਰਮਿਕ ਗ੍ਰੰਥ ਜਿੰਨੇ ਮਰਜ਼ੀ ਪੜ੍ਹ ਲਓ ਸਾਰੇ ਸਤਿਕਾਰਯੋਗ ਨੇ, ਪਰ ਕਿਸੇ ਵੀ ਗ੍ਰੰਥ ਨੇ ਮਨ ਨੂੰ ਵਸ ਕਰਨ ਦਾ ਤਰੀਕਾ ਨਹੀਂ ਦੱਸਿਆ। ਸਭ ਨੇ ਦੱਸਿਆ ਸਰੀਰ ਕਿਵੇਂ ਵਸ ਹੋ ਸਕਦਾ ਹੈ, ਸ਼ੁੱਧ ਕਿਵੇਂ ਹੋ ਸਕਦਾ ਹੈ, ਸਰੀਰ ਨੂੰ ਕਿਵੇਂ ਚਲਾਇਆ ਜਾ ਸਕਦਾ ਹੈ। ਪਰ ਗੁਰੂ ਬਾਬਾ ਜੀ ਕਹਿੰਦੇ ਆ ਜਿਹੜਾ ਪੰਥ ਤੈਨੂੰ ਦੇਣ ਲੱਗੇ ਆ ਨਾ, ਨਾਨਕ ਨਿਰਮਲ ਪੰਥ ਚਲਾਇਆ। ਰਾਜ ਨੇ ਇਸ ਪੰਥ ਦੀ ਆਰੰਭਤਾ ਹੀ ਮਨ ਦੀ ਵਸਤਾ ਤੋਂ ਹੁੰਦੀ ਹੈ। ਫਿਰ ਬਾਣੀ ਦਾ ਫੈਸਲਾ ਹੈ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਗੁਰੂ ਦੀ ਕਿਰਪਾ ਤੋਂ ਬਿਨਾ ਮਨ ਵਸ ਨਹੀਂ ਆਉਂਦਾ। ਸਾਹਿਬ ਲਿਖਦੇ ਆ, ਮਨ ਜੀਤੈ ਜਗ ਜੀਤ। ਕਹਿੰਦੇ ਮਨ ਜਿੱਤ ਲੈ ਦੁਨੀਆ ਜਿੱਤ ਲਏਗਾ, ਪਰ ਲੋਕਾਂ ਨੇ ਸਰੀਰ ਜਿੱਤਣ ਦੀ ਕੋਸ਼ਿਸ਼ ਕੀਤੀ, ਲੋਕਾਂ ਨੇ ਦੇਸ਼ ਟਾਪੂ ਜਿੱਤਣ ਦੀ ਕੋਸ਼ਿਸ਼ ਕੀਤੀ। ਸਤਿਗੁਰਾਂ ਨੇ ਪ੍ਰਾਣ ਸੰਗਲੀ ਗ੍ਰੰਥ ਦੇ ਵਿੱਚੋਂ ਬੜਾ ਕੁਝ ਸੁਣਾਇਆ। ਇਹ ਜਿਹੜਾ ਪ੍ਰਾਣ ਸੰਗਲੀ ਗ੍ਰੰਥ ਹੈ ਗੁਰਬਾਣੀ ਤੋਂ ਬਾਹਰ ਹੈ। ਗੁਰੂ ਸਾਹਿਬ ਦੀਆਂ ਬੜੀਆਂ ਰਚਨਾਵਾਂ ਨੇ ਜਿਹੜੀਆਂ ਧੁਰਕੀ ਬਾਣੀ ਵਿੱਚ ਨਹੀਂ ਹਨ। ਫੁਟਕਲ ETC ਬਹੁਤ ਕੁਝ ਐਸਾ ਹੈ ਜੋ ਸਤਿਗੁਰਾਂ ਨੇ ਬਾਹਰ ਦੇ ਬਚਨ ਕੀਤੇ ਸੀ, ਜੋ ਧੁਰਕੀ ਬਾਣੀ ਨਹੀਂ ਸਨ, ਵਕਤੀ ਤੌਰ ਦੇ ਬਚਨ ਸਨ। ਕਹਿੰਦੇ ਪ੍ਰਾਣ ਸੰਗਲੀ ਗ੍ਰੰਥ ਸਮੇਂ ਦੇ ਰਾਜੇ ਨੇ ਲਿਖਾਇਆ, ਸੰਭਾਲ ਕੇ ਰੱਖਿਆ। ਉਹਨੂੰ ਪੜ੍ਹਦਾ ਹੈ, ਪੜ੍ਹ ਕੇ ਕੀ ਸੋਚਦਾ ਹੈ ਵੀ ਮੇਰਾ ਧਰਮ ਇਹ ਯੋਗ ਨਹੀਂ ਹੈ। ਮੇਰਾ ਧਰਮ ਕਿਹੜਾ ਹੈ? ਨਾਮ ਜਪਣਾ, ਸੱਚ ਤੇ ਪਹਿਰਾ ਦੇਣਾ। ਗੁਰੂ ਸਾਹਿਬ ਨੇ ਦਿਖਾਤਾ ਵੀ ਕਲਯੁਗ ਦੇ ਸਮੇਂ 'ਚ ਯੋਗ ਕਮਾਉਣ ਦੀ ਤੇ ਉਮਰ ਹੀ ਨਹੀਂ ਕਿਸੇ ਕੋਲ, ਨਾ ਇੰਨੇ ਜੋਗਾ ਸਰੀਰ ਹੈ ਕੋਈ ਯੋਗੀ ਬਣ ਸਕੇ। ਦੇ ਕਰ ਸੋ ਸੌਂਪਿਓ ਅਵਨੀਪਾ, ਬੋਲੇ ਪੁਨ ਬੇਦੀ ਕੁਲ ਦੀਪਾ। ਸਤਿਗੁਰਾਂ ਨੇ ਉਹ ਗ੍ਰੰਥ ਰਾਜੇ ਨੂੰ ਸੌਂਪ ਕੇ ਹੁਕਮ ਕੀਤਾ, ਕਹਿੰਦੇ ਰਾਜਨ ਇਹ ਸਾਡੀ ਇਮਾਨਤ ਹੈ, ਇਹਨੂੰ ਸੰਭਾਲ ਕੇ ਰੱਖੀ। ਕਹਿੰਦਾ ਜੀ ਸਤ ਬਚਨ। ਗੁਰੂ ਬਾਬਾ ਜੀ ਆਪਣੀ ਨਿਸ਼ਾਨੀ ਦੇ ਕੇ ਚੱਲੇ ਰਾਜੇ ਸੰਗਲਾ ਦੀਪ ਦੇ ਸ਼ਿਵ ਨਾਭ। ਰਾਜਾ ਇੰਨਾ ਖੁਸ਼ ਸਤਿਗੁਰਾਂ ਦੇ ਚਰਨਾਂ ਤੇ ਬੈਠਾ, ਮੱਥਾ ਟੇਕ ਕੇ ਹੋਇਆ, ਕਹਿੰਦਾ ਪਾਤਸ਼ਾਹ ਮੈਂ ਤੁਹਾਡਾ ਦੇਣ ਕੀ ਦੇ ਸਕਦਾ? ਗੁਰੂ ਸਾਹਿਬ ਕਹਿੰਦੇ ਜਦ ਵੀ ਚੇਤੇ ਕਰੇਗਾ ਤੇਰੇ ਨਾਲ ਹੋਵਾਂਗੇ, ਕਦੇ ਤੈਥੋਂ ਦੂਰ ਨਹੀਂ ਹੋਵਾਂਗੇ। ਜਬ ਸਿੱਖ ਕੋ ਆਵਹਿ ਹਮ ਦੇਸ਼ੋ, ਜਾਚੈ ਤੁਮ ਪੈ ਦੇਹੋ ਨਰੇਸ਼ੋ। ਇੱਕ ਵਚਨ ਸਤਿਗੁਰਾਂ ਨੇ ਕਿਹਾ, ਆਪਣੀਆਂ ਪੁਸ਼ਤਾਂ ਤੱਕ ਇਸ ਗ੍ਰੰਥ ਨੂੰ ਸੰਭਾਲ ਕੇ ਰੱਖੀ। ਜਦੋਂ ਸਾਡੇ ਧਰਮ ਦਾ ਕੋਈ ਸਿੱਖ ਆਵੇ, ਪੰਥ ਦਾ, ਉਹ ਸਾਡੀ ਇਮਾਨਤ ਦੱਸ ਕੇ ਤੇਰੇ ਤੋਂ ਮੰਗੇਗਾ, ਇਹ ਗ੍ਰੰਥ ਸੌਂਪ ਦਿਓ। ਕਹਿੰਦਾ ਜੀ ਸਤ ਬਚਨ। ਰਾਜੇ ਨੇ ਆਪਣੇ ਪੁੱਤਾਂ ਨੂੰ ਕਿਹਾ, ਪੁੱਤਾਂ ਨੇ ਅੱਗੇ ਆਪਣੇ ਪੁੱਤਾਂ ਨੂੰ ਕਿਹਾ, ਪੋਤੇ ਪੜਪੋਤਿਆਂ ਤੱਕ ਪ੍ਰਾਣ ਸੰਗਲੀ ਗ੍ਰੰਥ ਸੰਗਲਾ ਦੀਪ ਵਿੱਚ ਰਿਹਾ। ਅੱਜ ਵੀ ਉਹਦੇ ਉਤਾਰੇ ਮਿਲਦੇ ਆ, ਪੜ੍ਹਨਾ ਹੀ ਬਹੁਤ ਔਖਾ ਹੈ। ਔਖਾ ਕਿੰਨਾ ਕੁ ਹੋਊਗਾ? ਆ ਪਿੱਛੇ ਜੇ ਆਪਾਂ ਭਗਤ ਯੋਗ ਤੇ ਕਸ਼ਟ ਯੋਗ ਸੁਣਿਆ, ਇਸੇ ਨਹੀਂ ਧੂਆਂ ਕੱਢਤਾ, ਉਹ ਤੇ ਬਹੁਤ ਔਖਾ ਹੋਣਾ ਨਾ। ਸਾਹਿਬ ਕਹਿੰਦੇ ਸਾਡਾ ਸਿੱਖ ਆਏਗਾ, ਤੇ ਆਇਆ ਵੀ ਸੀ ਉਹ ਸਿੱਖ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖ ਭੇਜਿਆ ਸੀ ਸੰਗਲਾ ਦੀਪ, ਜਾਓ ਭਾਈ ਸਤਿਗੁਰਾਂ ਦੀ ਉਹ ਵਿਰਾਸਤ ਲੈ ਕੇ ਆਓ। ਇੱਥੇ ਕਈ ਤਰ੍ਹਾਂ ਦੇ ਪ੍ਰਮਾਣ ਮਿਲਦੇ। ਕਈਆਂ ਨੇ ਲਿਖਿਆ, ਕਹਿੰਦੇ ਉਹ ਪ੍ਰਾਣ ਸੰਗਲੀ ਗ੍ਰੰਥ ਉੱਥੋਂ ਕਈ ਯੋਗੀਆਂ ਸਾਧੂਆਂ ਨੇ ਗਾਇਬ ਕਰ ਦਿੱਤਾ ਸੀ, ਕਿਉਂਕਿ ਰਾਜਾ ਤੇ ਸਰੀਰ ਛੱਡ ਗਿਆ। ਕਈਆਂ ਲਿਖਿਆ, ਕਹਿੰਦੇ ਉਹ ਗ੍ਰੰਥ ਜਦੋਂ ਸਤਿਗੁਰਾਂ ਦੇ ਹੱਥ ਲੱਗਿਆ, ਸਿੱਖ ਲੈ ਕੇ ਆਇਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੇਖਿਆ ਵੀ ਇਹ 'ਚ ਤੇ ਮਿਲਾਵਟ ਕਰ ਦਿੱਤੀ ਗਈ ਹੈ। ਸਤਿਗੁਰਾਂ ਨੇ ਬਿਆਸਾ ਦਰਿਆ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ। ਜਿਵੇਂ ਬਾਬਾ ਪ੍ਰਿਥੀ ਚੰਦ ਦੇ ਸੁਪੁੱਤਰ ਮਿਹਰਬਾਨ ਨੇ ਬੜਾ ਕੁਝ ਐਸਾ ਲਿਖਿਆ ਜਿਹਨੂੰ ਅਸੀਂ ਅੱਜ ਤੱਕ ਬਾਣੀ ਮੰਨਦੇ ਫਿਰਦੇ ਹਾਂ। ਹੁਣ ਲੋਕ ਆਮ ਬੋਲਦੇ ਤੇਰਾ ਭਾਣਾ ਮਿੱਠਾ ਲੱਗੇ, ਕਿੱਥੇ ਲਿਖਿਆ ਬਾਣੀ ਦੇ ਵਿੱਚ? ਸਤਿਗੁਰ ਦਾਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪਸ ਬਾਰੇ, ਇਹ ਉਸ ਦੀ ਵਡਿਆਈ ਕਿਤੇ ਵੀ ਨਹੀਂ ਹੈ। ਬੜੇ ਸ਼ਬਦ ਐਸੇ ਨੇ ਜੋ ਮਿਹਰਬਾਨ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖ ਲਿਖ ਕੇ ਐਡਿਟ ਕੀਤੇ, ਆਪਣੇ ਕੋਲੋਂ ਬਣਾਏ, ਤਾਂ ਜੋ ਮੈਨੂੰ ਲੋਕੀ ਗੁਰੂ ਸਾਹਿਬ ਦਾ ਰੂਪ ਆਖਣ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨਾਂ ਗ੍ਰੰਥਾਂ ਨੂੰ ਇਕੱਤਰ ਕੀਤਾ, ਉਹਨਾਂ ਵਿੱਚੋਂ ਸਾਰੰਸ਼ ਸਿਧਾਂਤ ਕੱਢਿਆ, ਤੇ ਅੱਜ ਦੇ ਦਿਨ ਉਹ ਸਾਰਾ ਗ੍ਰੰਥ ਦਾ ਸੰਕਲਨ ਕਰਕੇ ਰਾਮਸਰ ਸਾਹਿਬ ਦੀ ਪਾਵਨ ਧਰਤੀ ਤੇ ਲਿਖਿਆ ਗਿਆ। ਬਾਬਾ ਮੋਹਨ ਜੀ ਵੱਲੋਂ ਪੋਥੀਆਂ ਲਿਆਂਦੀਆਂ ਗਈਆਂ, 68 ਘਾਟ ਤੇ ਸਜਾਈਆਂ ਗਈਆਂ। ਰਾਤ ਭਰ ਸੰਗਤਾਂ ਨੇ ਕੀਰਤਨ ਕੀਤਾ,
ਜਿਸ ਥੜੇ ਤੇ ਅੱਜ ਕੱਲ੍ਹ ਲੋਕ ਕਬੂਤਰਾਂ ਤੇ ਫੋਟੋਆਂ ਦੇ ਸ਼ੌਕੀਨ ਨੇ, ਦੁੱਖ ਭੰਜਨੀ ਬੇਰੀ ਦੇ ਨਾਲ ਉਹ ਪਾਵਨ ਅਸਥਾਨ 68 ਘਾਟ, ਰਾਤ ਭਰੇ ਉੱਥੇ ਪੋਥੀਆਂ ਸੁਭਾਏਮਾਨ ਹੋਈਆਂ। ਗੁਰੂ ਅਰਜਨ ਦੇਵ ਪਾਤਸ਼ਾਹ ਤੇ ਬਾਬਾ ਬੁੱਢਾ ਜੀ ਸਾਰੀ ਰਾਤ ਚੌਰ ਸਾਹਿਬ ਕਰਦੇ ਰਹੇ। ਫਿਰ ਅਗਲਾ ਸਮਾਂ ਆਇਆ, ਗ੍ਰੰਥ ਦਾ ਸੰਕਲਨ ਕੀਤਾ ਗਿਆ। ਫਿਰ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਹ ਆਦਿ ਗ੍ਰੰਥ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਏ। ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਹੁਕਮ ਹੋਇਆ, ਤੁਸੀਂ ਤਾਬਿਆ ਬੈਠੋ। ਹੁਕਮ ਕੀਤਾ, ਬੁੱਢਾ ਜੀ ਅਬ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੈ ਸਭ ਪੰਥ। ਬਾਬਾ ਬੁੱਢਾ ਜੀ ਤੁਸੀਂ ਆਵਾਜ਼ ਲਓ, ਹੁਕਮ ਲਓ, ਸਾਰਾ ਪੰਥ ਸੁਣੇਗਾ। ਅਦਬ ਸਹਿਤ ਗੁਰੂ ਗ੍ਰੰਥ ਕੋ ਖੋਲਾ, ਲੈ ਤੇ ਆਵਾਜ਼ ਬੁੱਢਾ ਮੁਖ ਬੋਲਾ। ਬੜੇ ਅਦਬ ਦੇ ਨਾਲ ਬਾਬਾ ਬੁੱਢਾ ਜੀ ਨੇ ਕਹਿੰਦੇ ਉਸ ਗ੍ਰੰਥ ਦਾ ਪ੍ਰਕਾਸ਼ ਕੀਤਾ ਤੇ ਆਵਾਜ਼ ਆਈ। ਸੂਹੀ ਰਾਗ ਦੇ ਵਿੱਚੋਂ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਪਹਿਲਾ ਪ੍ਰਕਾਸ਼ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਸਰਜ਼ਮੀਂ ਤੇ ਹੋਇਆ। ਅੱਜ ਬੇਅੰਤ ਸੰਗਤਾਂ ਉਸ ਪੁਰਬ ਨੂੰ ਮਨਾ ਰਹੀਆਂ ਨੇ, ਥਾਂ ਥਾਂ ਉੱਤੇ, ਹਰ ਥਾਂ ਉੱਤੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਬਾਣੀ ਨੂੰ ਲਿਖਾਇਆ ਸੀ ਤੇ ਇਸ਼ਾਰਾ ਗੁਰੂ ਨਾਨਕ ਸਾਹਿਬ ਮਹਾਰਾਜ ਕਰ ਰਹੇ ਆ। ਕਹਿੰਦੇ ਸਾਡਾ ਸਿੱਖ ਆਏਗਾ, ਇਹ ਵਿਦਿਆ ਸਤਿਗੁਰਾਂ ਤੱਕ ਪਹੁੰਚਾ ਦਿਓ। ਤੇ ਰਾਜੇ ਸ਼ਿਵਨਾਭ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ। ਵੇਖੋ ਅੱਜ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਆ, ਉੱਥੇ ਸੁਭਾਵਿਕ ਹੀ ਪ੍ਰਸੰਗ ਉਹ ਚੱਲਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਇਸ਼ਾਰਾ ਕਰਦੇ ਆ ਵੀ ਸਾਡਾ ਇੱਕ ਸਿੱਖ ਲੈਣ ਆਏਗਾ। ਇਹ ਗ੍ਰੰਥ ਉਹਨਾਂ ਨੂੰ ਸੌਂਪ ਦਿੱਤਾ ਜਾਵੇ। ਚਰੰਕਾਲ ਪੁਨ ਕੀਨ ਬਸੇਰਾ, ਭਇਓ ਸੋ ਦੇਸ਼ ਨਿਹਾਲ ਕਨੇਰਾ। ਬੜਾ ਲੰਮਾ ਸਮਾਂ ਸਤਿਗੁਰਾਂ ਨੇ ਸੰਗਲਾ ਦੀਪ ਦੇ ਵਿੱਚ ਬਤੀਤ ਕੀਤਾ। ਸ਼੍ਰੀਲੰਕਾ ਦੇ ਵਿੱਚ ਸਾਇਲਨ ਦਾ ਇਲਾਕਾ ਸੀ, ਕੈਪੀਟਲ ਸਿਟੀ ਉੱਥੋਂ ਦੀ। ਰਾਜੇ ਸ਼ਿਵਨਾਭ ਕੋਲ ਸਤਿਗੁਰ ਰਹੇ। ਬੜਿਆਂ ਲੋਕਾਂ ਨੂੰ ਗੁਰੂ ਸਾਹਿਬ ਨੇ ਸਿੱਖੀ ਦਾ ਉਪਦੇਸ਼ ਬਖਸ਼ਿਆ। ਪਰ ਭਾਈ ਬਾਲਾ ਜੀ ਕਹਿੰਦੇ ਗ੍ਰੰਥ ਦਾ ਆਕਾਰ ਵਧਣ ਕਰਕੇ ਮੈਂ ਸਾਰੇ ਦਾ ਜੇ ਵਿਸਥਾਰ ਕਰਾਂ ਤੇ ਸਦੀਆਂ ਲੱਗ ਜਾਣਗੀਆਂ। ਕਿੱਥੇ ਕਿੱਥੇ ਮਰਦ ਸ਼੍ਰੀਲੰਕਾ ਵਿੱਚ ਵਰਤੇ ਆ ਜੋ ਧਾਰਮਿਕ ਅਸਥਾਨ ਪ੍ਰਗਟ ਹੋ ਰਹੇ ਨੇ। ਕਿੰਨਾ ਲੰਮਾ ਸਮਾਂ ਸਤਿਗੁਰਾਂ ਨੇ ਇੱਥੇ ਤਕਰੀਬਨ ਮਹੀਨਾ ਡੇਢ ਮਹੀਨਾ ਮਰਦ ਨੇ ਬਿਤਾਇਆ। ਹੁਣ ਜਿੱਥੇ ਗੁਰੂ ਸਾਹਿਬ ਨੇ 1 ਮਹੀਨਾ ਕੱਟਿਆ ਹੋਊਗਾ ਜੀ, ਉੱਥੇ ਕਿੱਡੇ ਕਿੱਡੇ ਪ੍ਰਸੰਗ ਹੋਣਗੇ, ਕਿੱਡੀਆਂ ਕਿੱਡੀਆਂ ਖੇਡਾਂ ਵਰਤੀਆਂ ਹੋਣਗੀਆਂ। ਲੋੜ ਹੈ ਇਹਨਾਂ ਦੀ ਖੋਜ ਕਰਨ ਦੀ। ਜਦੋਂ ਸਤਿਗੁਰਾਂ ਨੇ ਵੇਖਿਆ ਵਕਤ ਵੀ ਹੁਣ ਤੇ ਸਮਾਂ ਬਹੁਤ ਹੋ ਗਿਆ, ਰਾਜੇ ਸ਼ਿਵਨਾਭ ਨੂੰ ਕੋਲ ਬੁਲਾ ਕੇ ਗੁਰੂ ਸਾਹਿਬ ਕਹਿੰਦੇ ਰਾਜਨ ਹੁਣ ਵਕਤ ਆਗਿਆ ਨਹੀਂ ਦਿੰਦਾ, ਸਾਨੂੰ ਵੀ ਆਗਿਆ ਦੇ ਦਿਓ। ਭਗਤ ਜੋਗ ਹੱਥ ਜੋਗ ਸੋ ਦੇਉ, ਕੀਏ ਪਰਪਕ ਭੂਪ ਮਨ ਸੋ। ਰਾਜੇ ਦਾ ਮਨ ਸਤਿਗੁਰਾਂ ਨੇ ਭਗਤ ਯੋਗ ਨਾਲ ਪਰਪੱਕ ਕੀਤਾ ਤੇ ਦੱਸ ਦਿੱਤਾ ਵੀ ਕਸ਼ਟ ਯੋਗ ਸਿੱਖਾ ਤੇਰੇ ਵਾਸਤੇ ਨਹੀਂ। ਪੁੱਠੇ ਲਟਕਣਾ, ਪ੍ਰਾਣਾਯਾਮ ਕਰਨਾ, ਧਾਰਨਾ, ਸਮਾਧੀ, ਧਿਆਨ ਲਾਉਣਾ, ਇਹ ਸਿੱਖ ਦਾ ਕੰਮ ਥੋੜੀ ਹੈ। ਸਤਿਗੁਰਾਂ ਨੇ ਸਾਨੂੰ ਕਿੰਨਾ ਸੌਖਾ ਰਾਹ ਦਿੱਤਾ। ਸਿੱਖਾ ਸਵੇਰੇ ਉੱਠਿਆ ਕਰ, ਬਾਣੀ ਪੜ੍ਹਿਆ ਕਰ, ਨਾਮ ਜਪਿਆ ਕਰ, ਸੇਵਾ ਕਰਿਆ ਕਰ, ਜੀਵਨ ਵਿੱਚ ਚੰਗੇ ਕਰਮ ਕਰੋ, ਪਰਮਾਤਮਾ ਤੇਰੀ ਜ਼ਿੰਦਗੀ ਤੇਰੇ ਪਰਿਵਾਰ 'ਚ ਵਰਤੂ। ਕਿੱਥੇ ਮਹਾਰਾਜ ਨੇ ਸਾਨੂੰ ਕਿਹਾ ਵੀ ਜੰਗਲਾਂ ਨੂੰ ਜਾਇਆ ਕਰ, ਤੀਰਥਾਂ ਤੇ ਫਿਰਿਆ ਕਰ, ਘਰ-ਬਾਰ ਛੱਡ ਦੇ, ਘਰੇ ਡਾਂਗਾਂ ਚੁੱਕਿਆ ਕਰ, ਸੰਨਿਆਸੀ ਬਣਿਆ ਕਰ, ਕਿਹਾ ਕਿਤੇ? ਕਹਿੰਦੇ ਨਹੀਂ, ਪਰਮਾਤਮਾ ਤੈਨੂੰ ਵਿੱਚ ਹੀ ਪਰਿਵਾਰ ਦੇ ਮਿਲੇਗਾ, ਤੂੰ ਇੱਥੇ ਹੀ ਬੰਦਗੀ ਕਰ ਲੈ। ਰਾਜੇ ਨੂੰ ਭਗਤ ਯੋਗ, ਯੋਗ ਨਾਮ ਹੁੰਦਾ ਜੁੜਨ ਦਾ, ਭਗਤੀ ਦਾ ਰਸਤਾ ਦੇ ਕੇ ਸਤਿਗੁਰ ਕਹਿੰਦੇ ਰਾਜਨ ਹੁਣ ਤੂੰ ਫਲਦਾਰ ਵ੍ਰਿਸ਼ ਹੋ ਗਿਆ ਹੈ, ਇਹ ਉਪਦੇਸ਼ ਅੱਗੇ ਵੰਡ ਸਕਦਾ ਏ। ਸਿੱਖੀ ਪ੍ਰਗਟੀ ਦੇਸ਼ ਮਝਾਰੇ, ਸ੍ਰੀ ਸਤਿਗੁਰ ਕੋ ਜਾਪ ਉਚਾਰੇ। ਤੇ ਸਤਨਾਮ ਵਾਹਿਗੁਰੂ ਦਾ ਜਾਪ ਸਿਮਰਨ ਸਤਿਗੁਰਾਂ ਨੇ ਰਾਜੇ ਨੂੰ ਬਖਸ਼ਿਆ ਤੇ ਰਾਜੇ ਨੂੰ ਹੁਕਮ ਕੀਤਾ ਇਹ ਮੰਤਰ ਤੂੰ ਆਪਣੀ ਸੰਗਤ ਤੇ ਆਪਣੇ ਲੋਕਾਂ ਤੇ ਪ੍ਰਜਾ ਨੂੰ ਦੇ ਸਕਦਾ। ਰਾਜਾ ਬੜਾ ਖੁਸ਼ ਹੋਇਆ ਕਿਉਂਕਿ ਰੱਬ ਦੇ ਪਿਆਰੇ ਆਪ ਜਪੈ ਅਵਰੈ ਨਾਮ ਜਪਾਵੈ। ਗੁਰੂ ਨੇ ਅਥਾਰਟੀ ਦਿੱਤੀ ਆ ਸਿੱਖਾ ਜੇ ਤੂੰ ਨਾਮ ਆਪ ਜਪਦਾ ਦੂਜੇ ਨੂੰ ਜਪਾ ਸਕਦਾ, ਤੇਰੇ ਕੋਲੇ ਮਾਰਗ ਹੈ। ਰਾਜਾ ਬੜਾ ਖੁਸ਼ ਹੈ, ਰਾਣੀ ਚੰਦਕਲਾ ਬੜੀ ਖੁਸ਼ ਹੈ, ਪਰ ਇੱਕ ਗੱਲ ਦਾ ਦੁੱਖ ਆ ਵੀ ਸਤਿਗੁਰ ਆਗਿਆ ਲੈ ਕੇ ਚੱਲੇ ਨੇ, ਹੁਣ ਛੱਡ ਕੇ ਜਾਵਣਗੇ। ਭਾ ਸ਼ਿਵ ਨਾਭ ਅਦਿਕ ਪਰਤਾਪਾ,
ਚੜ ਕਰ ਸਭ ਸਤਰਨ ਕੋ ਖਾਪਾ। ਫਿਰ ਸਤਿਗੁਰਾਂ ਨੇ ਰਾਜੇ ਸ਼ਿਵਨਾਭ ਦੇ ਸਿਰ ਤੇ ਹੱਥ ਰੱਖਿਆ। ਰਾਜੇ ਦੇ ਉੱਤੇ ਐਸੀ ਕਿਰਪਾ ਗੁਰੂ ਸਾਹਿਬ ਦੀ ਹੋਈ, ਕਹਿੰਦੇ ਚਿਹਰੇ ਦਾ ਰੰਗ ਲਾਲ। ਰਾਜ ਭਾਗ ਦਾ ਖਿਆਲ ਹੀ ਮਨ ਚੋਂ ਵਿਸਰ ਗਿਆ। ਆਪਣੇ ਆਪ ਨੂੰ ਨਿਮਾਣਾ ਸਿੱਖ ਸਮਝਦਾ ਹੈ ਤੇ ਹੁਕਮ ਮਰਦ ਨੇ ਕੀਤਾ, ਜੋ ਚੜ ਕੇ ਆਊ ਸੋ ਲੈ ਕੇ ਜਾਊ। ਕਹਿੰਦੇ ਰਾਜੇ ਸ਼ਿਵਨਾਭ ਨੇ ਜੰਗ ਯੁੱਧ ਬੰਦ ਕਰਤੇ। ਕੋਈ ਸਮਾਂ ਸੀ ਅੱਗੇ ਟਾਪੂਆਂ ਤੇ ਲੋਕ ਲੁਟੇਰੇ ਚੜ ਕੇ ਆਉਂਦੇ ਸੀ, ਲੁੱਟਣ ਆ ਜਾਂਦੇ ਸੀ। ਐਸੀ ਕਲਾ ਸ਼੍ਰੀਲੰਕਾ ਵਿੱਚ ਵਰਤੀ। ਕਹਿੰਦੇ ਰਾਜਾ ਸ਼ਿਵਨਾਭ ਰੱਬ ਰੂਪ ਹੀ ਹੋ ਗਿਆ, ਕਿਸੇ ਨਾਲ ਵੈਰ ਕਮਾਉਂਦਾ ਨਹੀਂ। ਧਰਮਸਾਲ ਮੇ ਦੇਗ ਵਿਸਾਲਾ, ਕਰਵਾਵੇ ਸਤਿਗੁਰ ਕਿਰਪਾਲਾ। ਤੇ ਗੁਰੂ ਸਾਹਿਬ ਨੇ ਆਪਣੇ ਹੁੰਦਿਆਂ ਰਾਜੇ ਨੂੰ ਉਹ ਪਰਪੱਕ ਕੀਤਾ ਵੀ ਧਰਮਸ਼ਾਲਾ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਤੇ ਲੰਗਰ ਤਿਆਰ ਕਰਨਾ। ਇਹ ਚੱਤੋ ਪੈਰ ਚੱਲਦਾ ਰਹੇ। ਆਪਾਂ ਆਮ ਸੁਣਦੇ ਆ ਨਾ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਪਹਿਲੇ ਪੰਗਤ ਪਾਛੇ ਸੰਗਤ ਚਲਾਈ। ਸੁਣਦੇ ਆ ਨਾ ਜੀ, ਲੰਗਰ ਨਹੀਂ ਚਲਾਇਆ ਗੁਰੂ ਅਮਰਦਾਸ ਪਾਤਸ਼ਾਹ ਨੇ, ਪੰਗਤ ਤੇ ਸੰਗਤ ਦੀ ਰੀਤ ਚਲਾਈ ਆ ਵੀ ਪਹਿਲਾਂ ਪੰਗਤ ਵਿੱਚ ਬੈਠਣਾ ਤੇ ਫਿਰ ਸੰਗਤ ਵਿੱਚ। ਭਾਵ ਪੰਗਤ ਪਹਿਲਾਂ ਵੀ ਸੀ, ਤਰਤੀਬ ਗੁਰੂ ਅਮਰਦਾਸ ਪਾਤਸ਼ਾਹ ਨੇ ਬਖਸ਼ੀ ਹੈ। ਗੁਰੂ ਨਾਨਕ ਦੇ ਮਹਾਰਾਜ ਜਿੱਥੇ ਜਾਂਦੇ ਸੀ ਉਪਦੇਸ਼ ਬਖਸ਼ਦੇ ਸੀ, ਭਾਈ ਖਾਵੋ ਖਰਚੋ ਰਲ ਮਿਲ ਭਾਈ, ਟੁੱਟ ਨਾ ਆਵੇ ਵਾਧੋ ਚਾਈ। ਰਾਜੇ ਨੂੰ ਹੁਕਮ ਕੀਤਾ ਲੰਗਰ ਚਲਾਉਣਾ ਹੈ, ਭੋਜਨ ਛਕਾਉਣਾ ਹੈ ਤੇ ਇੱਥੇ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਅਰਦਾਸ ਕਰਕੇ ਸੰਗਤ ਵਿੱਚ ਵਰਤਾਉਣੀ ਹੈ। ਮਨ 21 ਜਿਹ ਲੋਣ ਮਿਲਾਏ, ਇਤੋ ਆਹਾਰ ਹੋਈ ਸਭ ਖਾਏ। ਹੁਕਮ ਕਿੱਡਾ ਵੱਡਾ ਸੀ। ਸਤਿਗੁਰ ਕਹਿੰਦੇ 21 ਮਣ ਲੂਣ ਜਿੰਨੇ ਭੋਜਨ ਵਿੱਚ ਪਾ ਕੇ ਵਰਤਾਇਆ ਜਾਏ ਨਾ। ਹੁਣ ਵੇਖੋ 21 ਮਣ ਲੂਣ ਕਿੰਨਿਆਂ ਕੋਲ ਆਊਗਾ। ਕਿਸੇ ਨੇ 40 ਸੇਰ ਦਾ ਮਣ ਮੰਨਿਆ, ਕਿਸੇ ਨੇ 16 ਸੇਰ ਦਾ ਮੰਨਿਆ। ਕਹਿੰਦੇ ਉਹ ਹਜ਼ਾਰਾਂ ਲੋਕਾਂ ਦਾ ਭੋਜਨ ਤਿਆਰ ਹੁੰਦਾ ਹੋਏਗਾ। ਕਹਿੰਦੇ ਐਨੇ ਲੋਕ ਰੋਜ਼ ਆ ਕੇ ਰਾਜੇ ਦੇ ਇਸ ਧਰਮਸ਼ਾਲਾ ਵਿੱਚ, ਇਸ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦੇ ਆ। ਇੱਥੇ ਪੰਗਤ ਸੰਗਤ ਦਾ ਇੱਕੋ ਵਿਧਾਨ ਚੱਲਿਆ ਏ। ਨਾ ਕਿਸੇ ਦੀ ਜਾਤ, ਨਾ ਕਿਸੇ ਦਾ ਧਰਮ, ਨਾ ਕਿਸੇ ਦਾ ਮਜ਼ਹਬ, ਨਾ ਕਿਸੇ ਦੀ ਕੌਮ ਵੇਖੀ ਜਾਂਦੀ ਹੈ। ਰਾਜਾ ਆਪ ਇਸ ਸੰਗਤ ਵਿੱਚ ਸੇਵਾ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕਮਰ ਕਸਾ ਕਰਕੇ ਲੰਗਰ ਦੀ ਪ੍ਰਥਾ ਆਪ ਚਲਾਉਂਦੇ ਨੇ। ਕੀਰਤਨ ਸਤਨਾਮ ਕੋ ਹੋਵੇ, ਜੋ ਬੋਜਨ ਮਨ ਕਲਮਲ ਖੋਵੇ। ਪਾਪਾਂ ਨੂੰ ਕੱਟਣ ਵਾਲਾ ਪਰਮੇਸ਼ਰ ਦਾ ਨਾਮ ਸਿਮਰਨ ਸਤਨਾਮ ਵਾਹਿਗੁਰੂ ਕਹਿੰਦੇ ਰੋਜ਼ ਸੰਗਤ ਵਿੱਚ ਗਾਇਆ ਜਾਂਦਾ ਹੈ। ਤੁਰਦੇ ਫਿਰਦੇ ਭੋਜਨ ਵਰਤਾਉਂਦੇ ਸੇਵਾ ਕਰਦੇ ਸੰਗਤਾਂ ਜਪਦੀਆਂ ਨੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਗੁਰੂ ਸਾਹਿਬ ਆਪ ਜਪ ਕੇ ਸਿਖਾ ਰਹੇ ਆ। ਆਪ ਮਰਦ ਨੇ ਪਿਉਂਦ ਲਾਈ ਹੈ ਸ਼੍ਰੀਲੰਕਾ ਦੇ ਵਿੱਚ ਸਿੱਖੀ ਦੀ। ਕਹਿੰਦੇ ਕੜਾਹ ਪ੍ਰਸ਼ਾਦ ਦੋਨੋਂ ਵੇਲੇ ਬਣਿਆ ਕਰੇ। ਰਾਜਾ ਆਪ ਗਲ ਪੱਲਾ ਪਾ ਕੇ ਸਿੱਖ ਬਣ ਕੇ ਦੋਨੋਂ ਵੇਲੇ ਅਰਦਾਸ ਕਰਦਾ ਏ। ਦਿਨ ਪ੍ਰਤ ਚਲਨ ਚਹਿਤ ਜਗਤੀਸ਼ਾ, ਕਰੇ ਭਾਉ ਬਹੁ ਰੱਖੈ ਨਰੇਸ਼ਾ। ਜਦੋਂ ਵੀ ਸਤਿਗੁਰ ਜਾਣ ਦੀ ਕੋਸ਼ਿਸ਼ ਕਰਦੇ ਆ ਰਾਜਾ ਬੇਨਤੀ ਕਰਕੇ ਮੋਹਲਤ ਮੰਗ ਲੈਂਦਾ। ਕਹਿੰਦਾ ਮਰਦ 1 ਦਿਨ ਹੋਰ, 2 ਦਿਨ ਹੋਰ, 4 ਦਿਨ ਹੋਰ। ਬੜਾ ਲੰਮਾ ਸਮਾਂ ਚੱਲਦਾ ਰਿਹਾ। ਸਤਿਗੁਰੂ ਦੇ ਪ੍ਰੇਮ ਅੱਗੇ ਝੁਕ ਜਾਂਦੇ ਆ। ਜਦ ਵੀ ਹੱਥ ਜੋੜ ਚਰਨ ਫੜ ਕੇ ਰੋਕ ਲੈਂਦਾ ਏ। ਪਰ ਕਹਿੰਦੇ 1 ਦਿਨ ਸਮਾਂ ਉਹ ਆ ਗਿਆ। ਮਰਦ ਕਹਿੰਦੇ ਰਾਜਨ ਹੁਣ ਤੇ ਬਹੁਤ ਸਮਾਂ ਹੋ ਗਿਆ ਹੈ, ਅਸੀਂ ਜਾਣਾ ਚਾਹੁੰਦੇ ਆ, ਸਾਨੂੰ ਹੁਣ ਰੋਕੋ ਨਾ। ਕਰੀ ਪਰ ਭਕ ਸਿੱਖੀ ਕੀ ਰੀਤਾ, ਨਿਤ ਪ੍ਰਤ ਵਧੈ ਭਜਨ ਮਹਿ ਪ੍ਰੀਤਾ। ਹੁਣ ਇੱਥੇ ਸੰਗਤਾਂ ਤੇ ਲੋਕਾਂ ਦੇ ਵਿੱਚ ਭਜਨ ਦੀ ਪ੍ਰੀਤ ਵੱਧ ਗਈ। ਕਰਮ ਕਾਂਡ ਪਖੰਡ ਲੋਕਾਂ ਨੇ ਛੱਡ ਦਿੱਤਾ। ਨਾ ਕੋਈ ਪੱਥਰਾਂ ਦੀ ਪੂਜਾ ਕਰਦਾ ਹੈ, ਨਾ ਕੋਈ ਟੱਲੀਆਂ ਵਜਾਉਂਦਾ ਹੈ। ਸੱਚੇ ਪੱਕੇ ਲੋਕ ਹੋ ਗਏ। ਨਾ ਕੋਈ ਵਰਤ ਰੱਖਦਾ, ਨਾ ਕੋਈ ਭੁੱਖਾ ਰਹਿੰਦਾ। ਕਹਿੰਦੇ ਰੱਜ ਕੇ ਰੋਟੀ ਖਾਂਦੇ ਆ, ਵਾਹਿਗੁਰੂ ਵਾਹਿਗੁਰੂ ਕਰਦੇ ਆ। ਤੇ ਰਾਜਾ ਸ਼ਿਵਨਾਭ ਰਾਜ ਸਿੰਘਾਸਣ ਤੋਂ ਬਹਿਣੋਂ ਹਟ ਗਿਆ। ਉਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਤਸਵੀਰ ਰੱਖ ਦਿੱਤੀ ਉੱਥੇ। ਸੇਵਕ ਬਣ ਕੇ ਸੇਵਾ ਕਰਦਾ। ਕਹਿੰਦੇ ਐਸੀ ਸੇਵਾ ਪਰਜਾ ਸੁਖੀ ਰਹਿਣ ਲੱਗੀ। ਕਿਸੇ ਨੂੰ ਚੰਗਾ ਨਹੀਂ, ਕਿਸੇ ਨੂੰ ਮਾੜਾ ਨਹੀਂ। ਉਸ ਸਮੇਂ ਦੌਰਾਨ ਨਾ ਤੇ ਕੋਈ ਚੋਰੀ ਹੁੰਦੀ ਹੈ, ਨਾ ਕੋਈ ਡਾਕਾ ਵੱਜਦਾ ਹੈ, ਨਾ ਕੋਈ ਲੜਾਈ ਹੈ। ਕਿਉਂਕਿ ਜੇ ਰਾਜਾ ਵੈਰੀ ਹੋਏਗਾ ਤੇ ਲੋਕ ਵੈਰੀ ਬਣਨਗੇ। ਰਾਜਾ ਜਦੋਂ ਪਰਜਾ ਤੇ ਪਾਪ ਕਰੇਗਾ ਤੇ ਪਰਜਾ ਤੇ ਫਿਰ ਰਾਜਿਆਂ ਨੂੰ ਪਲਟਾਊਗੀ। ਤੇ ਜਦੋਂ ਰਾਜਾ ਸ਼ਾਂਤ ਹੋ ਕੇ ਪਰਜਾ ਦੇ ਸਾਰੇ ਕਾਰਜ ਪੂਰੇ ਕਰਦਾ, ਰੱਬ ਰੱਬ ਕਰਦਾ, ਤੇ ਪਰਜਾ ਕਹਿੰਦੀ ਸਾਡਾ ਰਾਜਾ ਰੱਬ ਹੈ, ਰੱਬ ਵਰਗਾ ਹੈ। ਕਰਿਓ ਗਿਆਨ ਮਹਿ ਪੂਰਨ ਰਾਉ,
ਸ਼੍ਰੀ ਨਾਨਕ ਜੀ ਦਿਆਲ ਸੁਭਾਉ। ਇੱਕ ਦਿਨ ਬੈਠੇ ਸਹਿਜ ਸੁਭਾਅ ਸਤਿਗੁਰ ਇੰਨੇ ਦਇਆਲੂ ਹੋਏ, ਰਾਜੇ ਨੂੰ ਮਰਦ ਨੇ ਉਠਾ ਲਿਆ ਭਰੀ ਸਭਾ ਚੋਂ, ਧਰਮਸ਼ਾਲਾ 'ਚ ਬੈਠਦੇ ਆ, ਰੋਜ਼ ਸੰਗਤ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਭਾਈ ਅੱਜ ਤੋਂ ਇਸ ਰਾਜੇ ਨੂੰ ਕਿਸੇ ਨੇ ਰਾਜਾ ਨਹੀਂ ਸਮਝਣਾ। ਇਹ ਬੜੀ ਵੱਡੀ ਗੱਲ ਹੈ। ਇੱਥੇ ਤੇ ਭੁੱਖਾ ਮਰਦਾ ਬੰਦਾ ਵੀ ਕਹਿੰਦਾ ਮੈਨੂੰ ਪ੍ਰਧਾਨ ਸਾਹਿਬ ਕਹੋ, ਘਰੇ ਰੋਟੀ ਪੱਕੇ ਨਾ ਪੱਕੇ ਮੈਨੂੰ ਜਥੇਦਾਰ ਕਹੋ, ਮੈਨੂੰ ਸਲਾਮ ਕਰੋ। ਪਰ ਇੱਕ ਰਾਜੇ ਦੇ ਤਾਂ ਹੀ ਕਹਿਣਾ ਇਹ ਰਾਜਾ ਨਹੀਂ, ਇਹ ਧਰਮਾਤਮਾ ਹੈ। ਉਹ ਕੋਈ ਫਿਰਲਾ ਹੀ ਜਿਗਰਾ ਕਰਦਾ ਹੋਊਗਾ। ਕਿੰਨਾ ਖੁਸ਼ ਹੈ ਰਾਜਾ। ਇੱਥੇ ਤੇ ਅੱਜ ਕੱਲ੍ਹ ਜਿਹੜੇ ਸਾਧ ਤੁਰੇ ਫਿਰਦੇ ਪਖੰਡੀ, ਉਹ ਨੰਬਰ ਪਲੇਟਾਂ ਵੇਖਿਆ ਕਰੋ ਉਹਨਾਂ ਦੀਆਂ 001 0002, 5-5 7-7 ਲੱਖ ਦਾ ਤੇ ਗੱਡੀ ਦਾ ਨੰਬਰ ਲਈ ਫਿਰਦੇ ਆ, 2-2 ਲੱਖ ਮੋਬਾਈਲ ਦਾ ਨੰਬਰ। ਕਿਹੜੇ ਪਾਸੇ ਸਾਧਪੁਣਾ ਹੈ। ਪਰ ਵੇਖੋ ਰਾਜਾ, ਇਹ ਰਾਜਾ ਹੀ ਧਰਮਾਤਮਾ ਬਣ ਗਿਆ ਹੈ, ਪਰਮਾਤਮਾ ਬਣ ਗਿਆ ਹੈ। ਗੁਰੂ ਸਾਹਿਬ ਨੇ ਭਰੀ ਸੰਗਤ ਵਿੱਚ ਉਠਾ ਕੇ ਰਾਜੇ ਦੇ ਪਰਥਾਏ ਬੜੇ ਪਿਆਰੇ ਬਚਨ ਆਖੇ ਨੇ। ਮੋਹਰੋ ਮੰਜੀ ਪਰ ਬੈਸਾਰ, ਕੀਓ ਪੂਜਤੇ ਦੇਸ਼ ਮਯਾਰ। ਜਿਸ ਆਸਣ ਤੇ ਸਤਿਗੁਰ ਜੀ ਆਪ ਬਹਿੰਦੇ ਸੀ, ਅੱਜ ਰਾਜੇ ਨੂੰ ਉਸ ਪਲੰਗੇ ਤੇ ਧਰਮਸ਼ਾਲਾ 'ਚ ਬਿਠਾਇਆ। ਬਿਠਾ ਕੇ ਗੁਰੂ ਬਾਬਾ ਜੀ ਨੇ ਦਸਤਾਰਬੰਦੀ ਕੀਤੀ ਰਾਜੇ ਨੂੰ। ਦਸਤਾਰਬੰਦੀ ਭਾਵ ਕੀ ਹੈ? ਸਤਿਗੁਰ ਕਹਿੰਦੇ ਅੱਜ ਤੋਂ ਇਹ ਸਾਡਾ ਪਿਆਰਾ ਹੈ, ਇਹਨੂੰ ਅਸੀਂ ਮੰਜੀ ਥਾਪ ਕੇ ਚੱਲੇ ਆ। ਮੰਜੀ ਤੋਂ ਭਾਵ ਇੱਕ ਜਥੇਦਾਰੀ, ਤਾਂ ਜੋ ਇਸ ਇਲਾਕੇ ਦੀ ਜਿੰਨੀ ਸਿੱਖੀ ਹੋਏਗੀ ਸਾਰੀ ਇਸ ਰਾਜੇ ਤੋਂ ਆਰੰਭ ਹੋਏਗੀ। ਰਾਜੇ ਦਾ ਹੁਕਮ ਜੋ ਹੋਏਗਾ ਸਿਰ ਮੱਥੇ ਹੋਏਗਾ, ਗੁਰੂ ਬਾਬਾ ਜੀ ਦਾ ਹੁਕਮ ਹੋਏਗਾ। ਰਾਜਾ ਕਹਿੰਦਾ ਮਰਦ ਮੈਨੂੰ ਸੇਵਕ ਰਹਿਣ ਦਿਓ। ਸਤਿਗੁਰ ਕਹਿੰਦੇ ਨਹੀਂ, ਸੇਵਕ ਕਉ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਅੱਜ ਉਸ ਪਰਮ ਪਦ ਤੇ ਰਾਜਾ ਸ਼ਿਵਨਾਭ ਬੈਠਾ। ਰਾਜੇ ਦੇ ਜਿੰਨੇ ਵਜ਼ੀਰ ਸਨ, ਰਾਣੀਆਂ ਸਨ, ਜਿੰਨੇ ਸਿਪਾਹੀ ਸਨ, ਉਹਦੇ ਸੈਨਾਪਤੀ ਸਨ, ਸਭ ਨੇ ਚਰਨੀ ਮੱਥਾ ਟੇਕਿਆ। ਮਰਦ ਕਹਿੰਦੇ ਅੱਜ ਤੋਂ ਬਾਅਦ ਰਾਜਾ ਜੋ ਹੁਕਮ ਕਰੇ ਸਾਡਾ ਹੁਕਮ ਜਾਣਨਾ ਏ। ਆਪ ਗਵਨ ਕੀ ਕੀਨੀ ਤਿਆਰੀ, ਚਹਿਤ ਨਾ ਬਿਸਰਿਓ ਨ੍ਰਿਪ ਬ੍ਰਿਹੁ ਭਾਰੀ। ਹੁਣ ਸਤਿਗੁਰਾਂ ਨੇ ਭਰੀ ਸੰਗਤ ਵਿੱਚ ਰਾਜੇ ਤੋਂ ਆਗਿਆ ਮੰਗੀ, ਰਾਜੇ ਨੂੰ ਜ਼ਿੰਮੇਵਾਰੀ ਦੇ ਦਿੱਤੀ, ਭਾਈ ਅੱਜ ਤੋਂ ਬਾਅਦ ਸਿੱਖੀ ਦਾ ਮੁੱਢ ਸ਼੍ਰੀ ਲੰਕਾ ਵਿੱਚ ਤੂੰ ਸੰਭਾਲਣਾ। ਕਹਿੰਦਾ ਜੀ ਸਤ ਬਚਨ। ਗੁਰੂ ਸਾਹਿਬ ਕਹਿੰਦੇ ਸੰਗਤ ਨੂੰ ਕਿਸੇ ਦੀ ਅਰਦਾਸ ਨਾ ਪੂਰੀ ਹੋਵੇ, ਕਿਸੇ ਦੀ ਮਨ ਦੀ ਇੱਛਾ ਪੂਰੀ ਨਾ ਹੋਵੇ, ਇਸ ਰਾਜੇ ਨੂੰ ਸਾਡਾ ਰੂਪ ਸਮਝ ਕੇ ਮੱਥਾ ਟੇਕ ਮੰਗ ਲਿਓ। ਕਿਆ ਬਾਤ ਹੈ। ਕਿੱਡਾ ਵੱਡਾ ਜਿਗਰਾ ਹੋਣਾ ਉਸ ਰਾਜੇ ਦਾ, ਜਿਹਨੇ ਆਪਾ ਹੀ ਗੁਰੂ ਨੂੰ ਸੌਂਪ ਦਿੱਤਾ, ਗੁਰੂ ਵਰਗਾ ਹੀ ਹੋ ਗਿਆ। ਉਸ ਵੇਲੇ ਸਾਰੀ ਪ੍ਰਜਾ ਨੇ ਆਪਣੇ ਰਾਜੇ ਨੂੰ ਗੁਰੂ ਦਾ ਰੂਪ ਮੰਨਿਆ ਤੇ ਉਹ ਰੂਪ ਬਣ ਕੇ ਵੀ ਰਿਹਾ। ਉਹਨੇ ਕਦੇ ਕਰਾਮਾਤ ਨਹੀਂ ਵਿਖਾਈ, ਉਹ ਬੜਾ ਤਿਆਗੀ ਹੋ ਗਿਆ ਸੀ। ਇੱਕ ਕਫਣੀ ਗਲ ਪਾ ਕੇ ਰੱਖਦਾ ਸੀ ਰਾਜਾ ਹੋ ਕੇ, ਕਦੇ ਉਹ ਹੁਕਮ ਨਹੀਂ ਸੀ ਸੁਣਾਉਂਦਾ। ਜਿਸ ਪਲੰਗੇ ਤੇ ਮਰਜ ਬਿਠਾ ਕੇ ਗਏ ਆ, ਸਾਰੀ ਜ਼ਿੰਦਗੀ ਉਸ ਪਲੰਗੇ ਤੇ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ। ਸੰਗਤ ਵਿੱਚ ਬੈਠ ਕੇ ਭਜਨ ਬੰਦਗੀ ਕਰਦਾ ਏ। ਕਮਲ ਬਦਨ ਪੁਨ ਬਚਨ ਬਖਾਨੋ, ਸੁਨ ਰਾਜਨ ਭੋ ਭਰਮ ਸਿਆਨੋ। ਜਿਸ ਵੇਲੇ ਰਾਜਾ ਸਤਿਗੁਰਾਂ ਦੇ ਵਿਯੋਗ ਵਿੱਚ ਰੋਇਆ, ਕਹਿੰਦਾ ਮਰਜ ਮੈਂ ਆਪ ਜੀ ਨੂੰ ਜਾਣ ਨਹੀਂ ਦੇਣਾ। ਗੁਰੂ ਸਾਹਿਬ ਆਖਣ ਲੱਗੇ ਰਾਜਨ ਭਰਮ ਤਿਆਗ, ਤੇਰੇ ਮੇਰੇ 'ਚ ਫਰਕ ਕੀ ਹੈ? ਜਦ ਤੇਰੇ ਮੇਰੇ ਵਿੱਚ ਫਰਕ ਨਹੀਂ ਤੇ ਤੂੰ ਮੈਨੂੰ ਤੇ ਮੈਂ ਤੈਨੂੰ ਰੋਕਣ ਵਾਲਾ ਕੌਣ ਹਾਂ? ਆਖੋ ਸਤਨਾਮ। ਇਹ ਤੇ ਉਦੋਂ ਆ ਨਾ ਵੀ ਤੂੰ ਰੁਕ ਜਾ, ਮੈਂ ਤੈਨੂੰ ਰੋਕਣਾ ਜਦੋਂ ਮੇਰਾ ਕੁਝ ਹੈ ਤੇ ਤੇਰਾ ਕੁਝ ਹੈ। ਸਤਿਗੁਰ ਕਹਿੰਦੇ ਤੇਰੇ ਮੇਰੇ 'ਚ ਫਰਕ ਹੀ ਕੋਈ ਨਹੀਂ, ਮੈਨੂੰ ਰੋਕੇਗਾ ਕਿੱਥੇ ਕਿੱਥੇ? ਮੈਂ ਤੇ ਹਰ ਥਾਂ ਤੇ ਆ। ਰਾਜਨ ਤੇਰੇ ਹਿਰਦੇ ਵਿੱਚ ਵੀ ਆ, ਤੇਰੇ ਦੇਸ਼ ਵਿੱਚ ਵੀ ਆ, ਹਰ ਸਵਾਸ ਸਵਾਸ ਵਿੱਚ ਹਾਂ, ਹਰ ਕਣ ਕਣ ਦੇ ਵਿੱਚ ਹਾਂ। ਜਦ ਵੀ ਚੇਤੇ ਕਰੇ ਤੇਰੇ ਪਾਸ ਹੋਵਾਂਗੇ। ਅਬ ਤੁਝ ਪੂਰਨ ਭਇਓ ਬਬੀਕਾ, ਹਮ ਕਰਨੇ ਹੈ ਕਾਜ ਅਨੇਕਾ। ਜਦੋਂ ਸਤਿਗੁਰਾਂ ਨੇ ਬਚਨ ਆਖੇ ਮਰਜ ਕਹਿੰਦੇ ਫੇਰ ਰਾਜਨ ਤੈਨੂੰ ਅੱਜ ਆਪਣਾ ਵਿਵੇਕ ਗਿਆਨ ਦੇ ਕੇ ਚੱਲੇ ਆ, ਤੇਰੇ ਮੇਰੇ 'ਚ ਫਰਕ ਹੀ ਕੋਈ ਨਹੀਂ ਤੇ ਰੋਕ ਕਿਉਂ ਰਿਹਾ? ਜਦੋਂ ਇਹ ਸਮਝ ਆ ਗਈ ਨਾ ਵੀ ਸਾਡਾ ਤੁਹਾਡਾ ਕੁਛ ਵੀ ਨਹੀਂ, ਸਭ ਇੱਕੋ ਹੀ ਹੈ, ਮੈਂ ਤੂੰ ਹਾਂ ਤੇ ਤੂੰ ਮੈਂ ਹਾਂ। ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਜਿੱਥੇ ਆਪ ਜੀ ਦੀ ਮੌਜ ਆ ਜਾ ਸਕਦੇ ਹੋ। ਗੁਰੂ ਬਾਬਾ ਜੀ ਨੇ ਕਿਹਾ ਸਾਨੂੰ ਬੜੇ ਕਾਰਜ ਨੇ, ਜੀਵਨ ਛੋਟਾ ਹੈ, ਕਾਰਜ ਬਹੁਤ ਲੰਬੇ ਨੇ। ਰਾਜਨ ਤੂੰ ਆਪਣੇ ਦੇਸ਼ ਵਿੱਚ ਗੁਰੂ ਨਾਨਕ ਦੀ ਪਰਮਾਤਮਾ ਦੀ ਸਿੱਖੀ ਦਾ ਵਿਸਥਾਰ ਕਰ, ਇੱਕ ਅਕਾਲ ਪੁਰਖ ਦੇ ਨਾਮ ਦਾ ਛਿੱਟਾ ਦੇ, ਅਸੀਂ ਕਿਤੇ ਹੋਰ ਚੱਲੀਏ।
ਇੰਨਾ ਬਚਨ ਕਹਿ ਕੇ ਸਤਿਗੁਰਾਂ ਨੇ ਸਤ ਕਰਤਾਰ ਆਖਿਆ। ਰਾਜੇ ਤੇ ਰਾਣੀ ਚੰਦ ਕਲਾ ਨੇ ਚਰਨਾਂ ਤੇ ਮੱਥਾ ਟੇਕਿਆ ਏ। ਧਰੋ ਧਿਆਨ ਮੈਂ ਸਦਾ ਸਮੀਪਾ, ਅਸ ਸੁਣ ਗਦ ਗਦ ਭਾਵ ਨੀਪਾ। ਧਰਮਸ਼ਾਲਾ ਵਿੱਚ ਖੜੇ ਖੜੇ ਸਤਿਗੁਰ ਕਹਿੰਦੇ ਸਾਡਾ ਧਿਆਨ ਤੁਸੀਂ ਧਰੋਗੇ, ਅਸੀਂ ਤੁਹਾਡਾ ਧਿਆਨ ਧਰਾਂਗੇ। ਇਹ ਪ੍ਰੇਮ ਹੈ, ਇਹਨੂੰ ਦੋ ਅੰਗੀ ਪ੍ਰੀਤੀ ਕਹਿੰਦੇ ਆ। ਇੱਕ ਅੰਗੀ ਪ੍ਰੀਤੀ ਤੇ ਚਕੋਰ ਦੀ ਚੰਦ ਨਾਲ ਹੈ, ਪਰ ਚੰਦ ਦਾ ਪਿਆਰ ਕੋਈ ਨਹੀਂ। ਚੱਕਵੇ ਦੀ ਸੂਰਜ ਨਾਲ ਪ੍ਰੀਤੀ ਹੈ, ਸੂਰਜ ਦਾ ਪਿਆਰ ਕੋਈ ਨਹੀਂ। ਪਤੰਗੇ ਦੀ ਅੱਗ ਨਾਲ ਪ੍ਰੀਤੀ, ਪਰ ਅੱਗ ਉਹਨੂੰ ਪਿਆਰ ਹੀ ਨਹੀਂ ਕਰਦੀ, ਸਾੜ ਦਿੰਦੀ ਹੈ। ਭੌਰਾ ਫੁੱਲ ਨੂੰ ਪਿਆਰ ਕਰਦਾ, ਫੁੱਲ ਦਾ ਪਿਆਰ ਕੋਈ ਨਹੀਂ। ਪਰ ਇੱਥੇ ਸਿੱਖ ਗੁਰੂ ਨੂੰ ਪਿਆਰ ਕਰਦਾ ਤੇ ਗੁਰੂ ਸਿੱਖ ਨੂੰ ਪਿਆਰ ਕਰਦਾ ਹੈ। ਗੁਰੂ ਬਾਬਾ ਜੀ ਇਸ ਧਰਮਸ਼ਾਲਾ 'ਚ ਭਾਈ ਬਾਲਾ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰੇ ਆ। ਕਹਿੰਦੇ ਰਾਜੇ ਦੇ ਵਜ਼ੀਰ, ਸੈਨਾਪਤੀ, ਫੌਜਾਂ ਸਭ ਨਾਲ ਵਿਦਾਇਗੀ ਦੇਣ ਚੱਲੇ ਨੇ। ਸਰਬ ਪ੍ਰਕਾਰ ਦੀਨ ਤਿਹ ਧੀਰਾ, ਗਮਨ ਕੀਓ ਪੁਨ ਗੁਣੀ ਗਹੀਰਾ। ਧਰਮਸ਼ਾਲਾ ਤੋਂ ਵਿਦਾਇਗੀ ਲੈ ਕੇ ਰਾਜਾ, ਉਹਦੀ ਪ੍ਰਜਾ, ਉਹਦੇ ਲੋਕਾਂ ਨੂੰ, ਰਾਣੀਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਰੋਕ ਕੇ ਕਹਿੰਦੇ ਇਸ ਲਕੀਰ ਤੋਂ ਅੱਗੇ ਨਹੀਂ ਕਿਸੇ ਨੇ ਆਉਣਾ। ਸਮੁੰਦਰਾਂ ਦੇ ਕਿਨਾਰਿਆਂ ਵੱਲ ਸਤਿਗੁਰ ਗਏ। ਰਾਜਾ ਆਪਣੀ ਸੰਗਤ ਸਮੇਤ ਖੜਾ ਸਤਿਗੁਰਾਂ ਦੇ ਦੀਦਾਰ ਕਰਦਾ ਹੈ। ਗੁਰੂ ਬਾਬਾ ਜੀ ਤੁਰੇ ਜਾ ਰਹੇ ਨੇ, ਅੱਖਾਂ ਸਭ ਦੀਆਂ ਨਮ ਨੇ, ਭਰੀਆਂ ਹੋਈਆਂ ਨੇ। ਚਲਦੇ ਚਲਦੇ ਗੁਣੀ ਗਹੀਰ ਪਾਤਸ਼ਾਹ ਬਾਲਾ ਤੇ ਮਰਦਾਨਾ ਜੀ ਦੇ ਸਮੇਤ ਅੱਖਾਂ ਤੋਂ ਓਲੇ ਹੋ ਗਏ। ਪੂਜਾ ਨ੍ਰਿਪ ਕੀ ਸ੍ਰੀ ਗੁਰੂ ਪਾਤਸ਼ਾਹ, ਸਰਬ ਦੇਸ਼ ਕਰਹੀ ਬਿਦ ਆਛੇ। ਸਤਿਗੁਰਾਂ ਦੇ ਅਲੋਪ ਹੋਣ ਤੋਂ ਬਾਅਦ ਜਦੋਂ ਸਤਿਗੁਰ ਜੀ ਇੱਥੋਂ ਚਲੇ ਗਏ ਸਰੀਰਕ ਤੌਰ ਤੇ, ਇੱਥੋਂ ਦੀ ਪ੍ਰਜਾ ਨੇ ਰਾਜੇ ਦੀ ਪੂਜਾ ਕੀਤੀ, ਰਾਜੇ ਦਾ ਸਤਿਕਾਰ ਕੀਤਾ, ਉਹਨੂੰ ਤਖਤ ਤੇ ਬਿਠਾਇਆ, 2 ਵੇਲੇ ਉਹਦੀ ਸੇਵਾ ਕਰਦੇ। ਕਿਉਂ? ਕਿਉਂਕਿ ਉਸ ਰਾਜੇ ਨੇ ਜੀਵਨ ਕਮਾਇਆ ਹੈ। ਉਸ ਰਾਜੇ ਨੇ ਗੁਰੂ ਨਾਨਕ ਨੂੰ, ਪਰਮਾਤਮਾ ਨੂੰ ਆਪਣਾ ਬਣਾ ਲਿਆ ਤੇ ਜਿਹੜਾ ਰੱਬ ਦਾ ਹੋ ਗਿਆ। ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਰੱਬ ਕਹਿੰਦਾ ਮੇਰਾ ਬਣ ਕੇ ਤੇ ਵੇਖ, ਦੁਨੀਆ ਤੇਰੀ ਹੋ ਜਾਊਗੀ। ਕਹਿੰਦੇ ਰਾਜੇ ਨੂੰ ਮੱਥਾ ਟੇਕਿਆ ਜਾਂਦਾ, ਨਮਸਕਾਰ ਕੀਤੀ ਜਾਂਦੀ ਹੈ। ਰਾਜੇ ਨੂੰ ਕੋਈ ਮਾਣ ਨਹੀਂ। ਉਹ ਜਿਹਨੇ ਰਾਜ ਭਾਗ ਛੱਡਤਾ, ਉਹਦੇ ਲਈ ਆਹ ਚੀਜ਼ਾਂ ਕੀ ਨੇ? ਕਹਿੰਦੇ ਸੰਗਤ ਵਿੱਚ ਬਹਿ ਜਾਂਦਾ ਹੈ ਧਰਮਸ਼ਾਲਾ 'ਚ, ਦੋਨੇ ਵੇਲੇ ਉਹ ਨਿਤਨੇਮ, ਬੰਦਗੀ, ਸਿਮਰਨ, ਜੋ ਉਸ ਵੇਲੇ ਦਾ ਰੂਟੀਨ ਸੀ, ਪੂਜਾ ਆਰਤੀ ਕਰਦਾ ਹੈ। ਦੋਨੋਂ ਵੇਲੇ ਕੜਾਹ ਪ੍ਰਸ਼ਾਦ ਬਣਾ ਕੇ ਰਾਜਾ ਸੰਗਤ ਨੂੰ ਬਾਣੀ ਸੁਣਾਉਂਦਾ ਹੈ, ਅਰਦਾਸ ਕਰਦਾ ਏ। ਹਰ ਵੇਲੇ ਪ੍ਰਸ਼ਾਦ ਨੂੰ ਭੋਗ ਲੱਗਦਾ ਏ। ਬਾਰ ਪਾਵਹਿ ਜੋ ਜਿਹ ਮਨ ਭਾਵਾ, ਕਰਹਿ ਸਦਾ ਸਤ ਸੰਗ ਸੁਹਾਵਾ। ਇੱਥੇ ਰਾਜਾ ਸਮੇਂ ਦਾ ਸੰਗਤਾਂ ਦੇ ਤਾਂ ਹੀ ਵਰ ਦਿੰਦਾ ਹੈ। ਕਹਿੰਦੇ ਜਿਹੜਾ ਬਚਨ ਕਹਿ ਦੇ, ਵਰ ਤੋਂ ਭਾਵ ਕੀ ਹੁੰਦਾ ਹੈ? ਸੁਭਾਵਕ ਕਿਹਾ ਪੂਰਾ ਹੋਣ ਲੱਗਿਆ। ਸਾਰੀ ਪ੍ਰਜਾ ਹੀ ਨਾਮ ਜਪਦੀ ਹੈ, ਸਾਰੇ ਹੀ ਸਿਮਰਨ ਕਰਦੇ ਆ। ਇੱਧਰ ਗੁਰੂ ਬਾਬਾ ਜੀ ਸਮੁੰਦਰਾਂ ਦੇ ਪਾਣੀਆਂ ਤੇ ਫੇਰ ਤੁਰੇ ਆ ਰਹੇ ਆ। ਅਲੋਪ ਹੋ ਕੇ ਸਮੁੰਦਰਾਂ ਦੇ ਪਾਣੀਆਂ ਤੇ ਇਦਾਂ ਜਾਂਦੇ ਜਿਵੇਂ ਕਿਸੇ ਪੁਲ ਤੇ ਤੁਰੇ ਜਾਂਦੇ ਆ। ਭਾਈ ਬਾਲਾ ਮਰਦਾਨਾ ਸਤਿਗੁਰਾਂ ਦੇ ਨਾਲ ਜਾ ਰਹੇ ਨੇ, ਪਰ ਚੇਤੇ ਕਰਦੇ ਨੇ ਰਾਜੇ ਸ਼ਿਵਨਾਭ ਦਾ ਪਿਆਰ। ਉਸ ਰਾਜੇ ਨੇ ਆਪਾ ਹੀ ਖੋਤਾ ਗੁਰੂ ਲਈ, ਆਪਾ ਹੀ, ਜਿਵੇਂ ਭੌਰਾ ਫੁੱਲ ਲਈ ਆਪਾ ਖੋ ਦਿੰਦਾ, ਜ਼ਿੰਦਗੀ ਵਾਰ ਦਿੰਦਾ ਨਾ। ਕਹਿੰਦੇ ਰਾਜੇ ਅੰਦਰੋਂ ਹਉਮੈ ਤੇ ਕੀ, ਸੂਖਸ਼ਮ ਰੱਤੀ ਮਾਤਰ ਵੀ ਕਿਤੇ ਕਿਣਕਾ ਹਉਮੈ ਦਾ ਨਹੀਂ ਰਿਹਾ। ਉਹ ਰਾਜਾ ਗੁਰੂ ਗੁਰੂ ਜਪਦਾ, ਸਾਰੀ ਪ੍ਰਜਾ ਨਾਮ ਜਪਦੀ, ਸੇਵਾ ਕਰਦੀ ਹੈ। ਕਹਿੰਦੇ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਚੜ੍ਹਦਾ ਹੈ, ਕਦੋਂ ਰਾਤ ਹੁੰਦੀ ਹੈ। ਕਈ ਵਾਰ ਉਸ ਪਲੰਗੇ ਕੋਲ ਬੈਠਾ ਵਿਰਾਗ 'ਚ ਆਉਂਦਾ ਹੈ, ਨੇਤਰ ਭਰ ਜਾਂਦੇ ਨੇ ਤੇ ਗੁਰੂ ਬਾਬਾ ਜੀ ਉਸ ਪਲੰਗੇ ਤੇ ਦੀਦਾਰ ਬਖਸ਼ਦੇ ਆ। ਰਾਜੇ ਨੂੰ ਰੋਜ਼ ਪ੍ਰਤੱਖ ਦਰਸ਼ਨ ਹੁੰਦੇ। ਸਤਿਗੁਰੂ ਕਹਿ ਕੇ ਗਏ ਸੀ, ਰਾਜਨ ਅਸੀਂ ਤੇਰੇ ਤੋਂ ਦੂਰ ਨਹੀਂ। ਸਵਈਆ ਦੇਸ਼ ਤਿਸੀ ਜਗਤੀਸ਼ ਗਏ ਜੈ, ਅੰਗਣਾ ਰਾਜ ਕਰੇ ਪੁਰ ਮਾਹੀ। ਜਦੋਂ ਚਲਦੇ ਚਲਦੇ ਸਤਿਗੁਰ ਜੀ ਫੇਰ ਬੰਦਰਗਾਹਾਂ ਤੇ ਆਏ। ਭਾਰਤ ਖੰਡ ਦੀ ਬੰਦਰਗਾਹ ਅਸਾਮ ਵਾਲੇ ਪਾਸੇ ਸਤਿਗੁਰ ਆ ਗਏ। ਇਹ ਉਹ ਇਲਾਕਾ ਜਿੱਥੇ ਪਹਿਲਾਂ ਵੀ ਆਏ ਆ, ਕਿਉਂਕਿ ਢਾਕਾ, ਬੰਗਾਲ, ਅਸਾਮ, ਇਹਨਾਂ 'ਚ ਗੁਰੂ ਬਾਬਾ ਜੀ ਨੇ ਫੇਰੀਆਂ ਪਾਈਆਂ ਨੇ। ਇੱਥੋਂ ਦੇ ਲੋਕਾਂ ਦਾ ਉਧਾਰ ਕੀਤਾ, ਕਿਉਂਕਿ ਅੱਜ ਵੀ ਸਤਿਗੁਰਾਂ ਦਾ ਇਤਿਹਾਸ ਡਿਸਕਵਰੀ ਲਈ ਪਿਆ, ਖੋਜ ਦੇ ਅਧੀਨ ਪਿਆ। ਕਿੱਡੇ ਵੱਡੇ ਗੁਰੂ ਸਾਹਿਬ ਦੇ ਸਫ਼ਰ ਨੇ। ਹੁਣ ਜਿੱਥੇ ਮਰਜ਼ ਜਾਂਦੇ ਆ ਜੀ, ਇੱਕ ਨਗਰ ਵਿੱਚ ਗਏ ਆ, ਨੇੜੇ ਦੇ ਕਈ ਨਗਰਾਂ 'ਚ ਸਤਿਗੁਰ ਜਾਂਦੇ ਸੀ। ਅੱਜ ਵੀ ਅਸਥਾਨ ਕੁਝ ਪ੍ਰਗਟ ਨੇ, ਕੁਝ ਅਲੋਪ ਨੇ, ਕੁਝ ਪ੍ਰਗਟ ਹੋ ਜਾਣਗੇ, ਪਰ ਸਾਡੇ ਕੋਲ ਸਿਰਫ ਇੱਥੇ ਰੌਲਾ ਹੀ ਰੌਲਾ ਜੇ। ਅਸੀਂ ਤੇ ਆਪਣੀ ਡਾਂਗੋ ਡਾਂਗੀ ਸਿਸਟਮ ਤੋਂ ਬਾਹਰ ਨਹੀਂ ਆਏ। ਸਾਨੂੰ ਕੀ ਪਤਾ ਲੱਗਣਾ ਗੁਰੂ ਸਾਹਿਬ ਨੇ ਕਿੱਥੇ ਕਿੱਥੇ ਕੀ ਚੋਜ ਵਰਤਾਏ ਹੋਏ ਆ।
ਅਜੇ ਇਹ ਇਤਿਹਾਸ ਪ੍ਰਗਟ ਹੋਏਗਾ। ਪਤਾ ਨਹੀਂ ਇਸ ਇਤਿਹਾਸ ਦੇ ਕਿੰਨੇ ਕੁ ਗ੍ਰੰਥ ਲਿਖੇ ਜਾਣਗੇ ਜਦੋਂ ਉਹਨਾਂ ਇਲਾਕਿਆਂ ਵਿੱਚ ਉਹ ਅਸਥਾਨ ਪ੍ਰਗਟ ਹੋਣਗੇ। ਤੇ ਅੱਜ ਵੀ ਪ੍ਰਗਟ ਨੇ ਕਾਫੀ ਅਸਥਾਨ। ਚੱਲ ਕੇ ਸਤਿਗੁਰੂ ਜੀ ਅਸਾਮ ਦੇ ਇਲਾਕੇ ਵਿੱਚ ਆਏ, ਜਿਹਨੂੰ ਕਹਿੰਦੇ ਤ੍ਰਿਆ ਰਾਜ। ਇੱਥੇ ਪਹਿਲਾਂ ਵੀ ਆਏ ਗੁਰੂ ਸਾਹਿਬ, ਜਿੱਥੇ ਔਰਤਾਂ ਦਾ ਰਾਜ ਸੀ, ਮਰਦ ਗੁਲਾਮ ਹਨ। ਇਹ ਔਰਤਾਂ ਆਪਣੀ ਕਾਮ ਵਾਸ਼ਨਾ ਦੇ ਵਾਸਤੇ ਬਾਹਰੋਂ ਆਏ ਮਰਦਾਂ ਨੂੰ ਵਰਤਦੀਆਂ ਨੇ, ਰੂਪ ਬਦਲ ਬਦਲ ਕੇ ਉਹਨਾਂ ਦੇ। ਕਹਿੰਦੇ ਗੁਰੂ ਸਾਹਿਬ ਜਦੋਂ ਇਸੇ ਇਲਾਕੇ ਵਿੱਚ ਆ ਗਏ, ਭਾਈ ਬਾਲਾ ਭਾਈ ਮਰਦਾਨਾ ਜੀ ਨਾਲ ਨੇ। ਭਾਈ ਮਰਦਾਨਾ ਜੀ ਨੇ ਵੇਖਿਆ ਵੀ ਇਲਾਕਾ ਤੇ ਉਹੀ ਹੈ, ਆ ਕੇ ਗਏ ਆ, ਇਹ ਉਹ ਇਲਾਕਾ ਹੈ ਜਿੱਥੇ ਪਹਿਲਾਂ ਭਾਈ ਮਰਦਾਨੇ ਨੂੰ ਭੇਡੂ ਬਣਾ ਲਿਆ ਸੀ। ਪਰ ਹੁਣ ਉਹ ਸਤਿਗੁਰਾਂ ਦੇ ਨਾਲ ਨਾਲ ਰਹਿੰਦਾ ਹੈ, ਉਹਨੂੰ ਇਤਬਾਰ ਨਹੀਂ ਇੱਥੋਂ ਦੇ ਲੋਕਾਂ ਨੂੰ। ਕਿਤੇ ਕਹਿੰਦਾ ਸੀ ਨਾ ਮਰਦ ਲੋਕ ਬੜੇ ਸੋਹਣੇ ਆ, ਮੇਲਾ ਵੇਖ ਆਵਾਂ, ਮਰਦ ਕਿਤੇ ਰਹਿਣ ਦੇ, ਬਾਹਰੋਂ ਹੀ ਸੋਹਣੇ ਦਿਲਾਂ ਦੇ ਕਾਲੇ ਆ। ਹੁਣ ਨਹੀਂ ਕਿਹਾ ਮਰਦ ਮੈਂ ਮੇਲਾ ਵੇਖ ਆਵਾਂ, ਲੋਕ ਬੜੇ ਸੋਹਣੇ ਆ। ਚੁੱਪ ਚਪੀਤਾ ਭਾਈ ਮਰਦਾਨਾ ਰਵਾਬ ਮੋਢੇ ਰੱਖ, ਗੁਰੂ ਬਾਬਾ ਜੀ ਦੇ ਪਿੱਛੇ ਪਿੱਛੇ ਕਦਮ ਕਦਮ ਚੱਲਦਾ ਏ। ਮੈਂ ਮਰਦਾਨਾ ਦੋ ਪਸਚਾਤ, ਚਲੇ ਗੁਰੂ ਨਾਨਕ ਆਗੇ ਸੋ ਜਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਹਮੇਸ਼ਾ ਅੱਗੇ ਅੱਗੇ ਚੱਲਦੇ। ਭਾਈ ਬਾਲਾ ਜੀ ਕਹਿੰਦੇ ਅਸੀਂ ਸਤਿਗੁਰਾਂ ਤੋਂ ਕੁਛ ਕਦਮ ਪਿੱਛੇ ਰਹਿੰਦੇ ਆ, ਇਹ ਸਤਿਕਾਰ ਹੈ ਸਤਿਗੁਰਾਂ ਦਾ। ਕਦੇ ਐਸਾ ਨਹੀਂ ਹੋਇਆ ਵੀ ਅਸੀਂ ਗੁਰੂ ਸਾਹਿਬ ਤੋਂ ਅੱਗੇ ਹੋ ਗਏ, ਸੱਜੇ ਖੱਬੇ ਹੋ ਕੇ, ਨਹੀਂ। ਕਹਿੰਦੇ ਮਹਾਰਾਜ ਸਾਨੂੰ ਆਵਾਜ਼ ਮਾਰ ਕੇ ਨਾਲ ਰਲਾਉਂਦੇ, ਅਸੀਂ ਜਾਣ ਕੇ ਪਿੱਛੇ ਰਹਿੰਦੇ ਆ ਵੀ ਇੱਕ ਬਾਬਾ ਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਪਹਿਲੇ ਨੰਬਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੁੰਦੇ ਆ, ਸੱਜੇ ਪਾਸੇ ਭਾਈ ਮਰਦਾਨਾ ਕਿਉਂਕਿ ਰਬਾਬ ਵਜਾਉਂਦੇ ਆ, ਖੱਬੇ ਪਾਸੇ ਭਾਈ ਬਾਲਾ ਮਰਦਾਨਾ ਜੀ ਤੋਂ ਪਿੱਛੇ ਹੁੰਦੇ ਆ। ਭਾਵੇਂ ਕਿ ਭਾਈ ਬਾਲਾ ਜੀ ਦਾ ਰੁਤਬਾ ਬਹੁਤ ਵੱਡਾ ਏ, ਪਰ ਉਹ ਰਬਾਬੀ ਸਿੱਖ ਦਾ ਇੰਨਾ ਸਤਿਕਾਰ ਕਰਦੇ, ਉਹਨਾਂ ਨੂੰ ਗੁਰੂ ਸਾਹਿਬ ਦੇ ਬਰਾਬਰ ਰੱਖਣ ਦੀ ਕੋਸ਼ਿਸ਼ ਕਰਦੇ ਆ। ਬਰਾਬਰ ਮਿੱਤਰ ਵੀ ਨੇ, ਪਿਆਰੇ ਵੀ ਨੇ, ਸੰਤ ਵੀ ਨੇ, ਰੱਬ ਰੂਪ ਵੀ ਹਨ। ਦੰਬਨ ਸਾਵਨ ਨਾਮ ਜਪਾਵਨ, ਜਾਵਨ ਕਾਰਨ ਆਨ ਕੋ ਨਾਹੀ। ਹੁਣ ਸਤਿਗੁਰ ਜੀ ਇੱਥੇ ਕਿਉਂ ਆਏ ਨੇ? ਭਾਈ ਬਾਲਾ ਜੀ ਕਹਿੰਦੇ ਦੰਭ ਪਖੰਡ ਕੱਟਣ ਵਾਸਤੇ, ਨਾਮ ਜਪਾਉਣ ਵਾਸਤੇ, ਕਿਉਂਕਿ ਜੰਤਰਾਂ ਮੰਤਰਾਂ ਦੀ ਦੁਨੀਆ ਦੇ ਲੋਕ ਅੱਜ ਵੀ ਉਲਝੇ ਹੋਏ ਆ। ਜਾ ਕੇ ਵੇਖੋ ਦੁਨੀਆ ਦੇ ਵਿੱਚ, ਮੈਂ ਕਹਿੰਦਾ ਦੁਨੀਆ ਇੰਨੀ ਪਰੇਸ਼ਾਨ ਹੈ, ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਜਵਾਨੀ ਕਦੋਂ ਲੰਘ ਗਈ, ਬੁਢਾਪਾ ਕਦੋਂ ਲੰਘ ਗਿਆ, ਕਿਸ ਕਾਰਜ ਵਾਸਤੇ ਆਏ ਸੀ, ਦੋ ਰੋਟੀਆਂ ਖਾਣੀਆਂ ਖਾਧੀਆਂ ਹੀ ਨਹੀਂ। ਭਟਕਦਾ ਫਿਰਦਾ ਹਰ ਬੰਦਾ, ਰੋਟੀ ਹਰੇਕ ਖਾਂਦਾ ਹੈ, ਪਰ ਸੱਚੀ ਦੱਸਿਓ ਜੀ, ਤਸੱਲੀ ਨਾਲ ਬਹਿ ਕੇ ਰੱਬ ਦਾ ਸ਼ੁਕਰ ਕਰਕੇ ਖੁਸ਼ ਹੋ ਕੇ ਕੌਣ ਖਾ ਰਿਹਾ ਹੈ? ਕੋਈ ਇਦਾਂ ਦਾ? ਭਾਵੇਂ 2 ਫੁਲਕੇ ਖਾਵੇ, ਭਾਵੇਂ ਖਾਵੇ 4, ਪਰ ਹੱਸ ਕੇ ਖਿੜ ਕੇ ਖੁਸ਼ ਹੋ ਕੇ ਖਾਵੇ ਨਹੀਂ। ਰੋਟੀ ਨਸੀਬ ਹੋ ਰਹੀ ਹੈ ਪਰ ਖਾਣੀ ਨਸੀਬ ਨਹੀਂ ਹੋ ਰਹੀ। ਚਿੱਤ ਨਹੀਂ ਕਰਦਾ ਕਿਸੇ ਦਾ ਰੋਟੀ ਖਾਣ ਨੂੰ, ਭੁੱਖ ਲੱਗਦੀ, ਮਜਬੂਰੀ 'ਚ ਖਾਣੀ ਪੈਂਦੀ ਹੈ, ਮਨ ਬੁਝਿਆ ਰਹਿੰਦਾ। ਉਸ ਵੇਲੇ ਸਤਿਗੁਰੂ ਜੀ ਇਹਨਾਂ ਲੋਕਾਂ ਨੂੰ ਤਾਰਨ ਵਾਸਤੇ, ਸਮਝਾਉਣ ਵਾਸਤੇ ਇਸ ਦੇਸ਼ ਵਿੱਚ ਆਏ, ਜਿੱਥੋਂ ਦੇ ਲੋਕ ਅੱਖਾਂ ਕੱਢ ਕੱਢ ਕੇ ਪਰਾਏ ਲੋਕਾਂ ਨੂੰ ਵੇਖਦੇ ਆ ਵੀ ਇਹ ਕੌਣ ਨੇ, ਇਹ ਕਿੱਥੋਂ ਆਏ ਨੇ। ਪਾਵਕ ਸਾਗਰ ਹੀਰ ਅਗਾ, ਕੀਓ ਹਰ ਕੀ ਰਤ ਸੀਤ ਕੋ ਤਾਹੀ। ਕਹਿੰਦੇ ਮੈਂ ਮਰਦ ਨੂੰ ਅਰਦਾਸ ਕੀਤੀ, ਸਤਿਗੁਰੂ ਜੀ ਆ ਤੇ ਪਾਵਕ ਅੱਗ ਦਾ ਸਾਗਰ ਆ ਗਿਆ, ਕਿ ਕਾਮ ਦੀ ਅੱਗ ਹੀ ਹੈ। ਇੱਥੇ ਦੇ ਲੋਕ ਉਲਝੇ ਫਿਰਦੇ ਹਉਮੈ ਹੰਕਾਰ ਦੇ ਵਿੱਚ। ਗੁਰੂ ਗਰੀਬ ਨਵਾਜ ਆਪਣਾ ਪੁਲ ਬਣਾ ਕੇ ਸਾਨੂੰ ਇੱਥੋਂ ਤਾਰ ਦਿਓ। ਇਹ ਪਾਵਕ ਸਾਗਰ ਆਥਾ ਲਹਿਰ ਮਹਿ ਤਾਰੋ ਤਾਰਨਹਾਰੇ। ਤੁਸੀਂ ਆਪ ਤਾਰਨ ਵਾਲੇ ਹੋ, ਭਵ ਸਾਗਰ ਤੋਂ ਪਾਰ ਕਰਨ ਵਾਲੇ ਹੋ। ਸਾਨੂੰ ਇਸ ਕਲਯੁਗ ਦੀ ਬਲਾ ਤੋਂ ਆਪ ਹੀ ਬਚਾ ਕੇ ਰੱਖਿਓ। ਪੂਰਹੁ ਤੋ ਪੁਰ ਨਾਰ ਨਰੇਸ਼ਨ, ਤਾਹੀ ਕੇ ਮਦ ਗਏ ਗਤ ਦਾਨੀ। ਹੁਣ ਸਤਿਗੁਰ ਪਹਿਲਾਂ ਨਾਲੋਂ ਫਰਕ ਹੈ। ਜਿਸ ਇਲਾਕੇ 'ਚ ਆਏ, ਹੁਣ ਮਰਜ ਉਸ ਇਲਾਕੇ 'ਚ ਆਏ ਅਸਾਮ ਦੇ, ਜਿੱਥੇ ਰਾਣੀ ਰਾਜ ਕਰਦੀ ਸੀ। ਰਾਣੀ ਰਾਜਾ ਨਹੀਂ ਸੀ ਇੱਥੇ, ਕੋਈ ਮਰਦਾਂ ਦਾ ਕੋਈ ਰਾਜ ਨਹੀਂ, ਸਿਰਫ ਔਰਤਾਂ ਦਾ ਰਾਜ ਆ। ਇੱਥੋਂ ਦੀ ਰਾਣੀ ਖੁਦ ਜਾਦੂਗਰ ਨਹੀਂ ਸੀ। ਜਾਦੂਗਰ ਮੈਜਿਕ ਕਰਦੀ ਹੈ, ਲੋਕਾਂ ਨੂੰ ਬੰਦਿਆਂ ਤੋਂ ਪਸ਼ੂ, ਪਸ਼ੂਆਂ ਤੋਂ ਬੰਦੇ ਬਣਾਉਂਦੀ ਫਿਰਦੀ ਹੈ। ਇਹ ਕਲਾ ਇੱਕ ਸਤਿਗੁਰ ਜੀ ਉਸ ਇਲਾਕੇ ਵਿੱਚ ਆਏ। ਹੁਣ ਜਿੱਥੋਂ ਦੀ ਰਾਣੀ ਪਾਪਣ ਹੈ, ਜਿੱਥੋਂ ਦੀ ਰਾਣੀ ਇਹੋ ਜਿਹੇ ਕਰਮ ਕਰਦੀ ਹੈ, ਤੇ ਫਿਰ ਉਸ ਰਾਣੀ ਦੀਆਂ ਜਿਹੜੀਆਂ ਅੱਗੇ ਪਟਰਾਣੀਆਂ ਹੋਣਗੀਆਂ, ਸਾਥਣਾ ਹੋਣਗੀਆਂ, ਵਜ਼ੀਰ ਹੋਣਗੀਆਂ, ਤੇ ਫਿਰ ਮੈਂ ਕਹਿੰਦਾ ਉੱਥੋਂ ਦੇ ਤੇ ਸਿਪਾਹੀ ਵੀ ਮਾਣ ਨਹੀਂ ਹੋਣੇ। ਜਿੱਥੋਂ ਦੀ ਰਾਣੀ ਆਪ ਕਹਿੰਦੀ ਹੈ ਪਖੰਡ ਕਰੋ, ਭਰਮ ਫੈਲਾਓ, ਤੇ ਉੱਥੋਂ ਦੇ ਲੋਕਾਂ ਦਾ ਹਾਲ ਕੀ ਹੋਊਗਾ? ਜਿੱਥੋਂ ਦਾ ਰਾਜਾ ਕਰਪਟ ਹੋਵੇ, ਉੱਥੋਂ ਦੀ ਪ੍ਰਜਾ ਤੇ ਆਸ ਰੱਖ ਸਕਦੇ ਹੋ ਤੁਸੀਂ? ਅੱਜ ਸਾਡੇ ਦੇਸ਼ ਦੀਆਂ ਸਰਕਾਰਾਂ ਕਰਪਟ ਨੇ, ਕਾਲੇ ਬਿੱਲਾਂ ਪਿੱਛੇ ਅਸੀਂ ਤੁਰੇ ਫਿਰਦੇ ਹਾਂ।
ਤੇ ਫਿਰ ਜੇ ਵੇਖਿਆ ਜਾਵੇ ਵਿਲ ਪਾਸ ਕਿਉਂ ਹੋਏ, ਸਭ ਕੁਝ ਕਿਉਂ ਹੋਏ? ਕਿਉਂਕਿ ਸਾਡੇ ਕਰਪਟ ਨਾਲ ਆਪ ਰਲੇ ਹੋਏ, ਨਾਲ ਸਾਡੇ ਲੋਕ ਰਲੇ ਹੋਏ ਆ। ਸਾਡੇ ਲੋਕਾਂ ਨੇ ਸਾਰਾ ਕੁਝ ਆਪ ਰਲ ਕੇ ਕਰਾਇਆ, ਹੁਣ ਚੀਕਾਂ ਮਾਰਦੇ। ਕੁਛ ਵਿੱਚੋਂ ਹੀ ਸਾਰਾ ਕੁਛ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰ ਜੀ ਉਸ ਰਾਜ ਵਿੱਚ ਆ ਗਏ ਜਿੱਥੇ ਲੋਕਾਂ ਦੇ ਵਿੱਚ ਕੁਝ ਹੁਕਮ ਨੇ, ਕੁਝ ਬੰਦਸ਼ਾਂ ਨੇ ਵੀ ਜੇ ਕੋਈ ਬਾਹਰ ਦਾ ਬੰਦਾ ਆਉਂਦਾ ਇਹੋ ਜਿਹਾ ਲਿਬਾਸ ਪਾ ਕੇ ਆਵੇ, ਆਹ ਕੰਮ ਨਾ ਕਰੇ, ਸਾਡੇ ਰਵਾਇਤਾਂ ਦੇ ਮੁਤਾਬਕ ਚੱਲੇ, ਵੀ ਸਾਡੀਆਂ ਰਵਾਇਤਾਂ ਹੋਣ ਇੱਥੇ। ਜਦੋਂ ਗੁਰੂ ਸਾਹਿਬ ਚੱਲੇ ਨਾ ਜੀ, ਕਹਿੰਦੇ ਹਰ ਔਰਤ ਅੱਖਾਂ ਕੱਢ ਕੱਢ ਵੇਖਦੀ ਹੈ ਵੀ ਇਹ ਤਿੰਨ ਫਕੀਰ ਕਿਹੜੇ ਆ, ਇੱਥੇ ਕਿਵੇਂ ਆ ਗਏ। ਬੀਥ ਕਾ ਹੀਰ ਬਰੇ ਵਿਪਨੀ ਪੁਨ, ਆਪਨ ਭਾਂਤ ਅਨੇਕਨ ਥਾਨੀ। ਹੁਣ ਇਸ ਰਾਜਧਾਨੀ ਦੇ ਰਾਜ ਦੇ ਵਿੱਚ ਸਤਿਗੁਰ ਜੀ ਕੁਛ ਭੀੜੀਆਂ ਗਲੀਆਂ 'ਚ ਜਾ ਵੜੇ। ਬੀਥਕਾ ਨਾਮ ਹੈ ਗਲੀ ਦਾ। ਹੁਣ ਭੀੜੀਆਂ ਗਲੀਆਂ ਕਿੱਦਾਂ ਹੁੰਦੀਆਂ? ਜਿਵੇਂ ਬੜੈਲ ਦੇ ਵਿੱਚ ਜਾ ਕੇ ਵੇਖ ਲਓ ਕਿੰਨੀਆਂ ਭੀੜੀਆਂ, ਇੱਦਾਂ ਹੀ ਘਰ ਆ ਇੱਧਰ ਉੱਧਰ ਸਾਹਮਣੇ ਲੋਕਾਂ ਦੇ। ਕਹਿੰਦੇ ਗੁਰੂ ਸਾਹਿਬ ਤੁਰੇ ਜਾਂਦੇ ਆ, ਔਰਤਾਂ ਬਾਹਰ ਬੈਠੀਆਂ ਨੇ, ਕੁਛ ਗੱਲਾਂ ਕਰਦੀਆਂ, ਹੱਸਦੀਆਂ, ਹਾਸਾ ਠੱਠਾ ਛੇੜਦੀਆਂ ਨੇ। ਛੇੜਨ ਤੋਂ ਭਾਵ ਟਿਚਰਾਂ ਕਰਦੀਆਂ ਨੇ। ਲੈ ਕੀ ਬੋਰੀਆਂ ਪਾਈ ਫਿਰਦੇ ਫਕੀਰ, ਪਾਟੇ ਕੱਪੜੇ ਪਾਈ ਫਿਰਦੇ, ਵੇ ਕਿਹੜੇ ਭਗਵੇ ਕੱਪੜੇ ਪਾ ਕੇ ਇੱਥੇ ਨਵੇਂ ਸਾਧ ਆ ਗਏ, ਟੰਗੇ ਜਾਣਗੇ ਡੰਗੇ ਜਾਣਗੇ, ਗੱਲਾਂ ਕਰਦੀਆਂ ਆਪਣੇ ਵੱਲੋਂ ਉਹ, ਤਾਂ ਜੋ ਉਕਸਾਉਂਦੀਆਂ ਨੇ ਵੀ ਫਕੀਰ ਜਾਂ ਤੇ ਨਿਕਲ ਜਾਣ ਤੇ ਜਾਂ ਫਿਰ ਸਾਡੇ ਜਾਦੂ ਦੇ ਵਾਸੇ ਆ ਜਾਣ। ਗੁਰੂ ਨਾਨਕ ਸਾਹਿਬ ਮਹਾਰਾਜ ਉੱਚਾ ਲੰਬਾ ਕੱਦ, ਸਰੀਰ ਸੋਹਣੇ ਹੱਦੋਂ ਵੱਧ ਨੇ, ਜਵਾਨੀ ਦੀ ਉਮਰ ਅਜੇ ਤੇ 36-37 ਸਾਲਾਂ ਦੀ। ਭਾਈ ਬਾਲਾ ਮਰਦਾਨਾ ਸਤਿਗੁਰਾਂ ਦੇ ਪਿੱਛੇ ਪਿੱਛੇ, ਕਹਿੰਦੇ ਮਹਾਰਾਜ ਦੇ ਪਿੱਛੇ ਲੋਕ ਚੱਲ ਪਏ, ਭੀੜ ਚੱਲ ਲੋਕਾਂ ਦੀ। ਕੋਈ ਇੱਥੇ ਅੱਜ ਅਸੀਂ ਜਿੰਨੇ ਮਰਜ਼ੀ ਡਿਵੈਲਪ ਹੋ ਗਏ, ਪਿੰਡਾਂ 'ਚ ਕੋਈ ਇੱਕ ਅੰਗਰੇਜ਼ ਆ ਜੇ, ਗੋਰਾ ਜੇ, ਸਾਰਾ ਪਿੰਡ ਪਿੱਛੇ ਐ ਤੁਰੇ, ਪਤਾ ਨਹੀਂ ਕਿਹੜੀ ਬਲਾ ਆ ਗਈ, ਕੀ ਆ ਗਿਆ, ਇਹ ਵੇਖਦੇ ਫਿਰਦੇ ਆ। ਉਹ ਵੀ ਸ਼ਰਮਿੰਦਾ ਹੁੰਦਾ, ਯਾਰ ਬੰਦਾ ਹੀ ਆ। ਕਹਿੰਦੇ ਸਤਿਗੁਰਾਂ ਦੇ ਪਿੱਛੇ ਪਿੱਛੇ ਉਹ ਔਰਤਾਂ ਤੁਰੀਆਂ ਫਿਰਦੀਆਂ ਨੇ, ਪਰ ਉਹ ਚਲਾਕ ਬੜੀਆਂ ਨੇ, ਅੱਖਾਂ ਨਾਲ ਗੱਲਾਂ ਕਰਦੀਆਂ ਨੇ। ਐਨ ਭਨੇ ਮਰਦਾਨੇ ਤਬੈ, ਮੁਝਿਆ ਇਸ ਦੇਹੋ ਪਿਵੋ ਕਿਤ ਪਾਨੀ। ਚਲਦੇ ਚਲਦੇ ਭਾਈ ਮਰਦਾਨਾ ਜੀ ਨੂੰ ਬਚਨ ਫੁਰਿਆ। ਕਹਿੰਦੇ ਸਤਿਗੁਰੂ ਜੀ ਜੇ ਤੁਸੀਂ ਮੈਨੂੰ ਆਗਿਆ ਦੇ ਦਿਓ, ਮੈਂ ਕਿਤੇ ਪਾਣੀ ਪੀ ਆਵਾਂ। ਸਤਿਗੁਰਾਂ ਪਿੱਛੇ ਮੁੜ ਵੇਖਿਆ, ਇਸ਼ਾਰਾ ਕੀਤਾ, ਕਹਿੰਦੇ ਨਹੀਂ ਮਰਦਾਨਿਆ, ਨਹੀਂ ਪੀਣਾ ਪਾਣੀ। ਕਹਿੰਦਾ ਬਾਬਾ ਜੀ ਹੱਦ ਹੋ ਗਈ, ਰੋਟੀ ਮੰਗੋ, ਤੁਸੀਂ ਤਾਂ ਕਹਿ ਦਿੰਦੇ ਹੋ ਅੱਕ ਦੇ ਫਲ ਖਾ ਲਾ, ਸਾਡੇ ਨਾਲ ਆਇਆ ਕਿਉਂ ਸੀ? ਮਹਾਰਾਜ ਅੱਜ ਤੇ ਮੈਨੂੰ ਪਿਆਸ ਲੱਗੀ ਹੈ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਰਹਿਣ ਦੇ ਭਾਈ, ਛੱਡ ਪਾਣੀ ਦਾ ਖਹਿੜਾ, ਇੱਥੋਂ ਆਪਾਂ ਨਿਕਲਣ ਵਾਲੇ ਆ, ਕਿਤੇ ਹੋਰ ਛਕ ਲਈ। ਕਹਿੰਦਾ ਨਹੀਂ ਮਹਾਰਾਜ, ਵੇਖੋ ਲੋਕੀ ਪਾਣੀ ਦੇ ਘੜੇ ਲਈ ਫਿਰਦੇ, ਜੀ ਤੋਂ ਮਰਜ਼ੀ ਮੰਗ ਕੇ ਪੀ ਲਾਂ। ਸੋ ਸਮਾਂ ਸਮਾਪਤ ਹੈ। ਬੜੇ ਪਿਆਰੇ ਪ੍ਰਸੰਗ ਅੱਗੇ ਆਉਣਗੇ ਜਿਨ੍ਹਾਂ ਵਿੱਚ ਜੀਵਨ ਜਿਉਣ ਦੀ ਜਾਚ ਸਿੱਖਣ ਨੂੰ ਮਿਲਦੀ ਹੈ, ਜਿਨ੍ਹਾਂ ਬਾਰੇ ਸੁਣ ਕੇ ਪਤਾ ਲੱਗਦਾ ਸਾਡੇ ਸਤਿਗੁਰੂ ਕਿੱਡੇ ਮਹਾਨ 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 ਹਨ, ਸਾਨੂੰ ਸਮਝਾਉਣ ਲਈ, ਜਿਨ੍ਹਾਂ ਨੇ ਦੁਨੀਆ ਦੇ ਹਰ ਕੋਨੇ ਵਿੱਚ ਜਾ ਕੇ ਤਰ੍ਹਾਂ ਤਰ੍ਹਾਂ ਦੇ ਚੋਜ ਵਰਤਾਏ।